ਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਝ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰ ਉਸਤਤ ਹਮ ਗੁਰ ਕੀ ਕਹੀ, ਹਮ ਅਬ ਆਪਣੇ ਪੋਰਖ ਛੁਟੇ। ਫਿਰ ਇਨ ਕੋ ਨਿਜ ਹਾਥਨ ਕੁਟੈ, ਅਬ ਹਮ ਆਪਣੇ ਪੋਰਖ ਛੁਟੈ। ਫਿਰ ਇਨ ਕੋ ਨਿਜ ਹਾਥਨ ਕੁਟੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਵਾਸਤੇ ਇਹ ਸਮਾਂ ਪ੍ਰਾਪਤ ਹੋਇਆ। ਸਮੇਂ ਨੂੰ ਸਫਲਾ ਬਣਾਉਂਦੇ ਹੋਏ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਹਮ ਆਪਣੇ ਪੋਰਖ ਛੁਟੈ ਹੈ। ਬੀਤੇ ਦਿਨੀ ਸਰਵਣ ਕੀਤਾ ਕਿ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਕੁੱਲੂ ਦੀ ਰਿਆਸਤ ਵਿੱਚ ਗਏ ਤੇ ਕੁੱਲੂ ਦੀ ਰਿਆਸਤ ਦੇ ਰਾਜੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲਿਆ। ਉਸ ਤੋਂ ਬਾਅਦ ਸੁੱਧ ਸੈਨ ਰਾਜਾ ਸੁਕੇਤ ਮੰਡੀ ਦਾ ਜੋ ਰਾਜਾ ਸੀ, ਉਸ ਨੂੰ ਪਤਾ ਲੱਗਾ
ਕਿ ਕੁੱਲੂ ਦੇ ਰਾਜੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ ਤੇ ਉਸ ਨੇ ਮੁਹਿੰਮ ਸ਼ੁਰੂ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਛੁਡਾਇਆ ਜਾਵੇ। ਅਤੇ ਨਾਲ ਹੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ, ਸਿੱਖਾਂ ਦੇ ਉੱਤੇ ਵੀ, ਗੁਰੂ ਕਿਆਂ ਸਿੰਘਾਂ ਦੇ ਉੱਤੇ ਵੀ ਫੌਜਾਂ ਵੱਲੋਂ ਹਮਲੇ ਕੀਤੇ ਗਏ। ਸਿੰਘ ਫਿਰ ਆਪਸ ਦੇ ਵਿੱਚ ਖਿੰਡਰ ਗਏ ਅਤੇ ਸਾਰੇ ਗੁਰੂ ਕੇ ਖਾਲਸੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਛਡਾਉਣ ਦੀ ਮੁਹਿੰਮ ਸ਼ੁਰੂ ਕਰਦੇ। ਪਰ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਵਿੱਚ ਇੱਕ ਆਪਣੀ ਤਾਕਤ ਹੈ, ਇੱਕ ਆਪਣੀ ਅਜ਼ਮਤ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਫੈਸਲਾ ਕੀਤਾ ਕਿ ਮੈਂ ਕਿਸੇ ਦੇ ਸਹਾਰੇ ਨਹੀਂ, ਬਲਕਿ ਆਪਣੇ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ ਇਸ ਕੁੱਲੂ ਦੀ ਕੈਦ ਤੋਂ ਬਾਹਰ ਜਾਵਾਂਗਾ। ਹਮ ਅਬ ਆਪਣੇ ਪੋਰਖ ਛੁਟੈ। ਬਾਬਾ ਬੰਦਾ ਸਿੰਘ ਬਹਾਦਰ ਨੇ ਫੈਸਲਾ ਲੈ ਲਿਆ ਕਿ ਜੇ ਕਿਸੇ ਨੇ ਸਹਾਇਤਾ ਕੀਤੀ, ਕਿਸੇ ਨੇ ਮੈਨੂੰ ਛੁਡਾਇਆ, ਤੇ ਉਸ ਦੇ ਵਿੱਚ ਮੇਰੀ ਤਾਕਤ ਦਾ ਕੋਈ ਲਾਭ ਨਹੀਂ ਹੋਵੇਗਾ। ਸੋ ਆਪਣੀ ਤਾਕਤ, ਆਪਣੇ ਬਲ ਦੇ ਨਾਲ ਹੀ ਮੈਂ ਕੈਦ ਤੋਂ ਬਾਹਰ ਆਵਾਂਗਾ। ਫਿਰ ਇਨ ਕੋ ਨਿਜ ਹਾਥਨ ਕੁਟੈ। ਤੇ ਜਦੋਂ ਕੈਦ ਤੋਂ ਬਾਹਰ ਆ ਗਿਆ, ਇਹ ਜਿਨ੍ਹਾਂ ਨੇ ਮੈਨੂੰ ਕੈਦ ਕੀਤਾ, ਗ੍ਰਿਫਤਾਰ ਕੀਤਾ, ਸਭ ਤੋਂ ਪਹਿਲਾਂ ਬਾਹਰ ਆ ਕਰਕੇ ਇਹਨਾਂ ਦਾ ਸੋਧਾ ਲਾਵਾਂਗਾ। ਮਤ ਹਮਰ ਕੁਛ ਨਿੰਦਾ ਹੋਏ। ਮਤਾ ਕੋਈ ਮੇਰੀ ਨਿੰਦਿਆ ਕਰੇ, ਮੇਰੇ ਗੁਰੂ ਦੀ ਨਿੰਦਿਆ ਕਰੇ, ਇਹ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗਾ। ਬੰਦੇ ਕੀਨਾ ਉਦਮ ਤੋਏ। ਉਸ ਵਕਤ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੈਦ ਤੋਂ ਬਾਹਰ ਆਉਣ ਦਾ ਉਦਮ ਕੀਤਾ। ਤੋ ਬੰਦੇ ਯੋ ਕੁਲੂਨ ਕੇਹੋ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੁੱਲੂ ਦੇ ਸਿਪਾਹੀਆਂ ਨੂੰ, ਕੁੱਲੂ ਦੇ ਰਾਜੇ ਨੂੰ ਇਹ ਬਚਨ ਕਹੇ। ਚਲਿਓ ਬੰਦੋ ਤੁਮ ਦੇਖਤ ਰਹਿਓ। ਮੁਸਕਰਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਉਹ ਬੁਜ਼ਦਿਲ ਸਿਪਾਹੀਓ, ਆ ਗੁਰੂ ਦਾ ਬੰਦਾ ਤੁਹਾਡੇ ਵੇਖਦੇ ਵੇਖਦੇ ਤੁਹਾਡੀ ਕੈਦ ਤੋਂ ਬਾਹਰ ਆ ਜਾਵੇਗਾ ਤੇ ਤੁਸੀਂ ਪਕੜ ਵੀ ਨਹੀਂ ਸਕੋਗੇ। ਉਨ ਦੇਖਤ ਪਿੰਜਰੋ ਖੂਬ ਉੜਕਿਓ। ਕਹਿੰਦੇ ਉਹਨਾਂ ਸਿਪਾਹੀਆਂ ਦੇ ਵੇਖਦੇ ਵੇਖਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੰਜਰਾ ਹਵਾ ਦੇ ਵਿੱਚ ਉੱਡਣ ਲੱਗ ਪਿਆ। ਫੇਰ ਕੋਠੜੀ ਮੱਧ ਟਿਕਿਓ। ਤੇ ਖਾਲਸਾ ਜੀ ਉਸ ਪਿੰਜਰੇ ਨੂੰ ਇੱਕ ਕੋਠੜੀ ਦੇ ਵਿੱਚ ਟਿਕਾ ਦਿੱਤਾ। ਤਬ ਬੰਦੇ ਨੇ ਵੀਰ ਬੁਲਾਏ। ਉਸ ਵਕਤ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਵੀਰ ਬੁਲਾਏ, ਆਪਣੀਆਂ ਗੁਪਤ ਫੌਜਾਂ ਬੁਲਾਈਆਂ। ਆਏ ਬੰਦੇ ਕੇ ਪਾਸ ਖਲੋਏ। ਜਿਹੜੇ ਕਿ ਬਾਬਾ ਬੰਦਾ ਸਿੰਘ ਬਹਾਦਰ ਕੋਲ ਆ ਕਰਕੇ ਹੱਥ ਜੋੜ ਕੇ ਖੜੇ ਹੋ ਗਏ। ਬੰਦੇ ਕੇ ਹੋਏ ਅਬ ਲੈ ਚਲੋ ਮੰਡੀ। ਤੇ ਬੰਦਾ ਬਹਾਦਰ ਨੇ ਕਿਹਾ ਕਿ ਭਾਈ ਵੀਰੋ, ਹੁਣ ਮੈਨੂੰ ਸਕੇਤ ਮੰਡੀ ਦੇ ਰਾਜੇ ਕੋਲ ਲੈ ਚੱਲੋ। ਚਲੋ ਦੁਆਬੇ ਜਗੀ ਜਹ ਚੰਗੀ। ਜਾਂ ਫਿਰ ਸਕੇਤ ਮੰਡੀ ਤੋਂ ਬਾਅਦ ਜੋ ਦੁਆਬਾ ਹੈ, ਜਿੱਥੇ ਖਾਲਸੇ ਦੇ ਉੱਤੇ ਵਾਧੀ ਹੋ ਰਹੀ ਹੈ, ਉੱਥੇ ਜਾ ਕਰਕੇ ਫਿਰ ਆਪਣੀ ਚੰਡੀ ਭਾਵ ਕੇ ਤੇਗ ਤਲਵਾਰ ਦੇ ਨਾਲ ਯੁੱਧ ਕਰੀਏ। ਖਾਲਸਾ ਜੀ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਚਨ ਕੀਤਾ ਜਾ ਸਿੰਘਨ ਕੀ ਕਰੀਏ ਸਹਾਏ। ਕਿ ਜਾ ਕਰਕੇ ਸਿੰਘਾਂ ਦੀ ਸਹਾਇਤਾ ਕਰੀਏ ਜਿਨ੍ਹਾਂ ਉੱਤੇ ਫੌਜਾਂ ਚੜ ਕੇ ਆਈਆਂ ਨੇ। ਮਾਰ ਤੁਰਕਨ ਕੋ ਦਈਏ ਗਲਾਏ। ਤੇ ਜੋ ਮੁਗਲ ਹਕੂਮਤ ਦੇ ਸਿਪਾਹੀ ਆਮ ਲੋਕਾਂ ਤੇ ਅਤਿਆਚਾਰ ਜ਼ੁਲਮ ਕਰਦੇ ਨੇ, ਉਹਨਾਂ ਸਿਪਾਹੀਆਂ ਦੇ, ਉਹਨਾਂ ਮੁਗਲ ਹਕੂਮਤਾਂ ਦੇ ਜ਼ੁਲਮ ਨੂੰ ਜਾ ਕਰਕੇ ਰੋਕੀਏ। ਦੋਹਰਾ ਬੰਦੇ ਆਖਿਓ ਵੀਰ ਉਨ ਪਿੰਜਰੋ ਲਿਓ ਉਠਾਏ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਵੀਰਾਂ ਨੂੰ ਕਿਹਾ ਤਾਂ ਉਹਨਾਂ ਨੇ ਖਾਲਸਾ ਜੀ ਪਿੰਜਰਾ ਉਠਾ ਲਿਆ। ਵੇਖੋ ਇਹ ਸੱਚ ਹੈ ਕਿ ਜੇ ਬੰਦਾ ਸਿੰਘ ਬਹਾਦਰ ਵਿੱਚ ਆਪ ਦੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਸਨ, ਤਾਂ ਹੀ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਖੁਦ ਉਸ ਨੂੰ ਸਿੱਧਾ ਕਰਨ ਵਾਸਤੇ ਗਏ ਸਨ। ਸੋ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਪੀਰ ਫਕੀਰ ਸਿੱਧ ਪੁਰਸ਼ ਪਹਿਲਾਂ ਵੀ ਹੋਏ ਤੇ ਬਹੁਤਾਤ ਦੇ ਵਿੱਚ ਉਹਨਾਂ ਬਾਰੇ ਪੜ੍ਹਨ ਸੁਣਨ ਨੂੰ ਮਿਲਦਾ ਹੈ। ਸੋ ਜਦੋਂ ਇਤਿਹਾਸ ਵਿੱਚ ਆਪਾਂ ਪੜ੍ਹਦੇ ਕਿ ਬੰਦਾ ਸਿੰਘ ਬਹਾਦਰ ਦੀਆਂ ਕਰਾਮਾਤਾਂ ਬਾਰੇ, ਜੇ ਇਸ ਤਰ੍ਹਾਂ ਦੀਆਂ ਤਾਕਤਾਂ ਬਾਰੇ, ਤੇ ਮਨ ਵਿੱਚ ਆਉਂਦਾ ਕਿ ਪਤਾ ਨਹੀਂ ਇਸ ਤਰ੍ਹਾਂ ਹੋਵੇਗਾ ਕਿ ਨਹੀਂ ਹੋਵੇਗਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਇਤਿਹਾਸ ਪੜ੍ਹੀਏ ਤੇ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਐਸੇ ਬੜੇ ਬੜੇ ਕਰਾਮਾਤਾਂ ਵਾਲੇ ਸਾਧੂ ਆਏ, ਜਿਨ੍ਹਾਂ ਨੇ ਕਰਾਮਾਤਾਂ ਦੇ ਨਾਲ ਗੁਰੂ ਨਾਨਕ ਨੂੰ ਜਾਂ ਸਤਿਗੁਰਾਂ ਤੇ ਪ੍ਰਭਾਵ ਪਾਉਣ ਦਾ ਯਤਨ ਕੀਤਾ,
ਪਰ ਸਤਿਗੁਰਾਂ ਨੂੰ ਕਰਾਮਾਤਾਂ ਨਾਲ ਨਹੀਂ ਜਿੱਤਿਆ ਜਾਂਦਾ, ਪ੍ਰੇਮ ਪਿਆਰ ਨਾਲ ਜਿੱਤਿਆ ਜਾਂਦਾ ਹੈ। ਸੋ ਖਾਲਸਾ ਜੀ ਇਸੇ ਤਰ੍ਹਾਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਬੰਦਾ ਸਿੰਘ ਬਹਾਦਰ ਕੋਲ ਵੀ ਸਨ। ਭਾਵੇਂ ਕਿ ਸਤਿਗੁਰੂ ਨੇ ਕਿਹਾ ਸੀ ਕਿ ਰਿੱਧੀਆਂ ਸਿੱਧੀਆਂ ਕਰਾਮਾਤਾਂ ਇਹ ਸਾਰੀਆਂ ਖਾਲਸੇ ਦੇ ਚਰਨਾਂ ਵਿੱਚ ਨੇ, ਇਸ ਤੋਂ ਵੱਖਰਾ ਕੁਝ ਵੀ ਨਹੀਂ, ਪਰ ਫਿਰ ਵੀ ਖਾਲਸਾ ਜੀ ਬੰਦਾ ਸਿੰਘ ਬਹਾਦਰ ਨੇ ਇਸ ਜਗ੍ਹਾ ਤੇ ਆ ਕਰਕੇ ਆਪ ਦੀਆਂ ਕਰਾਮਾਤਾਂ ਦੇ ਨਾਲ, ਵੀਰਾਂ ਦੇ ਸਹਾਇਤਾ ਦੇ ਨਾਲ ਇਹ ਬਚਨ ਕੀਤਾ ਕਿ ਮੈਨੂੰ ਸੁਕੇਤ ਮੰਡੀ ਦੇ ਰਾਜੇ ਕੋਲ ਲੈ ਚੱਲੋ। ਲੈ ਸੋ ਤਾਰੋ ਹੱਦ ਮੰਡੀ ਸਿੱਧ ਸੈਣ ਕੀ ਜਾਏ। ਕਿ ਉਹ ਸੁਕੇਤ ਮੰਡੀ ਦੀ ਹੱਦ ਤੇ ਲੈ ਚੱਲੋ ਜਿੱਥੇ ਸੁੱਧ ਸੈਣ ਰਾਜੇ ਦਾ ਵਾਸਾ ਹੈ। ਚੌਪਈ ਤੋਂ ਵੀਰਨ ਨੇ ਸੋਈ ਕਰੀ। ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਉਸੇ ਤਰ੍ਹਾਂ ਵੀਰਾਂ ਨੇ ਕਰਕੇ ਵਿਖਾਇਆ। ਉੱਡਿਓ ਪਿੰਜਰੋ ਤਿਸ ਹੀ ਘਰੀ। ਉਸੇ ਵਕਤ ਪਿੰਜਰਾ ਆਕਾਸ਼ ਵਿੱਚ ਉੱਡ ਕਰਕੇ ਸੁਕੇਤ ਮੰਡੀ ਪਹੁੰਚਿਆ। ਰਾਜੇ ਕੋ ਮੁਖ ਹੋਇ ਗਿਓ ਫੂਕ। ਜਦੋਂ ਇਸ ਤਰ੍ਹਾਂ ਕੋਤਕ ਵਰਤਿਆ ਤੇ ਕੁੱਲੂ ਦੇ ਰਾਜੇ ਦਾ ਮੂੰਹ ਹੱਕਾ ਬੱਕਾ ਰਹਿ ਗਿਆ, ਰੰਗ ਉੱਡ ਗਏ ਕਿ ਕੀ ਹੋ ਗਿਆ। ਪਿੰਜਰੋ ਚੜਿਓ ਅਸਮਾਨ ਸੋ ਕੂਕ। ਕਿ ਇਹ ਕਿਸ ਤਰ੍ਹਾਂ ਅਸਮਾਨ ਦੇ ਵਿੱਚ ਪਿੰਜਰਾ ਚੜ ਗਿਆ, ਸਮਝ ਨਹੀਂ ਲੱਗ ਰਹੀ। ਤਬ ਰਾਜਾ ਨਠ ਅੰਦਰ ਵੜਾ। ਤਾਂ ਬੰਦਾ ਸਿੰਘ ਬਹਾਦਰ ਤੋਂ ਡਰਦਾ ਕੁੱਲੂ ਦਾ ਰਾਜਾ ਅੰਦਰ ਵੜ ਗਿਆ। ਜਾਣੇ ਪਰਬਤ ਅਸਮਾਨੇ ਚੜਾ। ਉਸ ਨੂੰ ਪ੍ਰਤੀਤ ਹੋਇਆ ਕਿ ਜਿਵੇਂ ਪਹਾੜਾਂ ਦੇ ਉੱਤੇ ਬੰਦਾ ਸਿੰਘ ਬਹਾਦਰ ਚੜ ਗਿਆ ਹੋਵੇ। ਕੋਠੜੀ ਕੀ ਇੱਟ ਇੱਟ ਉੱਟ ਗਈ। ਜਿਹੜੀ ਕੋਠੜੀ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ ਸੀ, ਉਸ ਕੋਠੜੀ ਦੀਆਂ ਇੱਟਾਂ ਵੀ ਖਾਲਸਾ ਜੀ ਨਹੀਂ ਬਚੀਆਂ। ਕਿਆ ਜਾਨੋ ਉਹ ਕਿਤਿਆ ਪਹੀ। ਕਿ ਪਤਾ ਹੀ ਨਹੀਂ ਉਹ ਇੱਟਾਂ ਕਿਵੇਂ ਪੱਟੀਆਂ ਗਈਆਂ। ਇਸ ਬਾਰੇ ਰਾਜਾ ਪਰੇਸ਼ਾਨ ਰਿਹਾ ਕਿ ਜਿਸ ਕੈਦ ਵਿੱਚੋਂ ਕੋਈ ਨਿਕਲ ਕੇ ਨਹੀਂ ਜਾ ਸਕਦਾ, ਉਸ ਕੈਦ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਕਿਸ ਤਰ੍ਹਾਂ ਜਾ ਰਿਹਾ ਹੈ। ਦੋਹਰਾ ਕੁੱਲੂ ਕੋਇਲੇ ਕਰੇਗਾ ਆਏ ਖਾਲਸਾ ਆਪ। ਬੰਦਾ ਸਿੰਘ ਬਹਾਦਰ ਨੇ ਜਾਣ ਤੋਂ ਪਹਿਲਾਂ ਇਹ ਬਚਨ ਵੀ ਕੀਤੇ ਵੀ ਕੁੱਲੂ ਦੀ ਧਰਤੀ ਨੂੰ ਆ ਕੇ ਗੁਰੂ ਕਾ ਖਾਲਸਾ ਪੰਥ ਕੋਲਿਆਂ ਵਰਗਾ ਕਰ ਦੇਵੇਗਾ, ਆ ਕੇ ਫਤਿਹ ਕਰ ਲਵੇਗਾ, ਮਾਰ ਮੁਕਾਵੇਗਾ। ਤੇ ਖਾਲਸੇ ਪੰਥ ਨੇ ਉਸ ਰਿਆਸਤ ਨੂੰ ਫਤਿਹ ਕਰਕੇ ਛੱਡਿਆ ਹੋਇਆ, ਜਿੱਤ ਕੇ ਛੱਡਿਆ ਹੋਇਆ ਹੈ। ਓਏ ਰਈਅਤ ਫਿਰ ਬਸੋਗੇ ਯੋਧਿਓ ਬੰਦੇ ਜੀਤ ਸਰਾਪ। ਇਸ ਤਰ੍ਹਾਂ ਕਹਿ ਦਿੱਤਾ ਕਿ ਜਦੋਂ ਫਿਰ ਖਾਲਸੇ ਦੀ ਸ਼ਰਨੀ ਪਵੋਗੇ ਤਾਂ ਜਾ ਕੇ ਕੁੱਲੂ ਦੀ ਧਰਤੀ ਤੇ ਦੁਬਾਰਾ ਲੋਕ ਵਸਣਗੇ। ਤੇ ਜਦੋਂ ਤੱਕ ਖਾਲਸੇ ਤੋਂ ਆਕੀ ਖਾਲਸੇ ਤੇ ਵਾਅਦਾ ਕਰੋਗੇ, ਉਦੋਂ ਤੱਕ ਇਸ ਧਰਤੀ ਤੇ ਕੋਈ ਵਸ ਨਹੀਂ ਸਕੇਗਾ। ਜਹਾਂ ਮੰਡੀ ਕੀ ਹੱਦ ਹੁਤੀ ਸਿੱਧ ਸੈਣ ਕੇ ਰਾਜ। ਸੋ ਜਿੱਥੇ ਸੁਕੇਤ ਮੰਡੀ ਦੀ ਹੱਦ ਆ ਗਈ, ਜਿੱਥੇ ਸੁੱਧ ਸੈਣ ਦਾ ਰਾਜੇ ਦਾ ਰਾਜ ਸ਼ੁਰੂ ਹੋਇਆ। ਜਾਂ ਪਰਿਓ ਤੈ ਸੁਖ ਸਹਿਤ ਭਏ ਸਿੱਖਣ ਕੇ ਕਾਜ। ਕਹਿੰਦੇ ਇਧਰੋਂ ਸਾਰੇ ਕਾਰਜ ਰਾਸ ਹੋ ਗਏ, ਘਰ ਦੇ ਵਿੱਚ ਜੈ ਜੈਕਾਰ ਹੋ ਗਈ ਕਿ ਬੰਦਾ ਸਿੰਘ ਬਹਾਦਰ ਰਿਹਾ ਹੋ ਗਿਆ। ਚੌਪਈ ਸਿੱਧ ਸੈਣ ਸੁਣ ਤੁਰਥ ਪਾਇਓ। ਕਹਿੰਦੇ ਜਦੋਂ ਪਤਾ ਲੱਗਾ ਸਿੱਧ ਸੈਣ ਰਾਜੇ ਨੂੰ, ਤੇ ਉਹ ਖਾਲਸਾ ਜੀ ਬੜੀ ਜਲਦੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਲਾਕਾਤ ਕਰਨ ਲਈ ਆਇਆ। ਸੈਸ ਪਿੰਜਰੇ ਬੰਦਾ ਪਾਇਓ। ਕਿ ਵੇਖਿਆ ਦੂਰੋਂ ਸਿੱਧ ਸੈਣ ਰਾਜੇ ਨੇ ਕਿ ਕਿਸ ਤਰ੍ਹਾਂ ਪਿੰਜਰੇ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਸੁਕੇਤ ਮੰਡੀ ਦੀ ਹੱਦ ਤੇ ਪਹੁੰਚ ਚੁੱਕੇ ਹਨ। ਗੁਲਫ ਪਿੰਜਰੇ ਦਏ ਤੁੜਾਈ। ਖਾਲਸਾ ਜੀ ਸਾਰੇ ਹੈਰਾਨ ਸਨ ਕਿ ਕਿਸ ਤਰ੍ਹਾਂ ਇਹ ਪਿੰਜਰਾ ਇੱਥੇ ਪਹੁੰਚਿਆ। ਤੇ ਜਦੋਂ ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੇਖਿਆ ਤਾਂ ਸੁਕੇਤ ਮੰਡੀ ਦੇ ਰਾਜੇ ਨੇ ਲਹਾਰਾਂ ਨੂੰ ਸੱਦ ਕਰਕੇ ਪਿੰਜਰੇ ਦੇ ਜਿੰਦਰੇ ਤੁੜਵਾ ਦਿੱਤੇ, ਪਿੰਜਰਾ ਭੰਨ ਦਿੱਤਾ। ਫੂਲਨ ਕੀ ਬਰਖਾ ਕਰਵਾਈ। ਤੇ ਬੰਦਾ ਸਿੰਘ ਬਹਾਦਰ ਦੇ ਉੱਤੇ ਫੁੱਲਾਂ ਦੀ ਵਰਖਾ ਕਰਵਾਈ, ਆਦਰ ਸਤਕਾਰ ਦਿੱਤਾ। ਰਾਜੇ ਮਨ ਮੈਂ ਭਈ ਵਧਾਈ। ਤੇ ਸੁਕੇਤ ਮੰਡੀ ਦਾ ਰਾਜਾ ਮਨ ਦੇ ਵਿੱਚ ਬੜਾ ਖੁਸ਼ ਵੀ ਹੋਇਆ, ਉਹਨੂੰ ਬੜਾ ਚਾਅ ਚੜਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਰਿਹਾ ਹੋ ਚੁੱਕੇ ਨੇ। ਉਤਾਰ ਬੰਦਾ ਭਿਓ ਕਹੇ ਲੁਕਾਈ। ਸੋ ਇਸ ਤਰ੍ਹਾਂ ਸਾਰੇ ਲੋਕਾਂ ਦੇ ਵਿੱਚ ਚਰਚਾ ਹੋ ਗਈ ਕਿ ਬੰਦਾ ਸਿੰਘ ਬਹਾਦਰ ਤੇ ਕੋਈ ਅਵਤਾਰ ਹੀ ਜਾਪਦਾ ਹੈ। ਬੰਦੇ ਕੋ ਤਹ ਡੇਰਾ ਕੀਓ। ਕਹਿੰਦੇ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਸੁਕੇਤ ਮੰਡੀ ਦੀ ਹੱਦ ਦੇ ਉੱਤੇ ਹੀ ਡੇਰਾ ਕੀਤਾ। ਚੜੇ ਚੜਾਵੇ ਸੁਖ ਨਾ ਲਿਓ। ਤੇ ਲੋਕ ਆ ਕਰਕੇ ਚੜਾਵਾ ਵੀ ਦਿੰਦੇ ਨੇ, ਭੇਟਾ ਵੀ ਦਿੰਦੇ ਨੇ।
ਗੁਰੂ ਗੁਰੂ ਤਬ ਬੰਦਾ ਕਹਾਇਓ। ਖਾਲਸਾ ਜੀ ਉਸ ਵਕਤ ਸਾਰੇ ਹੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੈ ਜੈਕਾਰਾਂ ਕਰਨ ਲੱਗ ਪਏ ਗੁਰੂ ਕੋਟ ਮਦ ਪਰਬਤ ਬਣਾਇਓ। ਤੇ ਪਹਾੜਾਂ ਦੇ ਉੱਤੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਇੱਕ ਕਿਲਾ ਵੀ ਉਸਾਰ ਲਿਆ। ਔਰ ਸਿੱਧਨ ਕੀ ਪੂਜਾ ਮਿਟੀ। ਕਹਿੰਦੇ ਉਹਨਾਂ ਵਕਤ ਵਿੱਚ ਪਹਾੜਾਂ ਤੇ ਬਹੁਤ ਸਿੱਧ ਪੁਰਸ਼ ਰਹਿੰਦੇ ਸੀ, ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਦੇ ਨਾਲ ਦੂਸਰੇ ਜਿੰਨੇ ਵੀ ਸਿੱਧ ਸਨ ਉਹਨਾਂ ਦੀ ਪੂਜਾ ਘਟ ਗਈ, ਮਾਨਤਾ ਘਟ ਗਈ। ਸਾਰੇ ਲੋਕਾਂ ਦਾ ਝੁਕਾਅ ਬਾਬਾ ਬੰਦਾ ਸਿੰਘ ਬਹਾਦਰ ਵੱਲ ਹੋ ਗਿਆ। ਸਭ ਲੁਕਾਈ ਟਿਕ ਬੰਦੈ ਹੁਟੀ। ਕਹਿੰਦੇ ਸਾਰੇ ਦੇਸ਼ ਦੇ ਲੋਕ, ਭਾਵ ਪਹਾੜੀ ਇਲਾਕਿਆਂ ਦੇ ਲੋਕ ਸਾਰੇ ਹੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਉਣ ਲੱਗ ਪਏ। ਕਿਤੇ ਬੰਦਾ ਤੁਰੇ ਕਲ ਜਾਵੇ। ਕਹਿੰਦੇ ਆਜ਼ਾਦ ਹੋ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਵੀ ਜਾ ਕਰਕੇ ਬੈਠਦੇ ਨੇ, ਰਹੇ ਉਹਾਂ ਤੈ ਫੌਜ ਬਣਾਵੇ। ਕਹਿੰਦੇ ਭਾਵੇਂ ਕੱਲਾ ਹੀ ਜਾ ਕਰਕੇ ਬਹਿ ਜਾਵੇ, ਪਰ ਤਾਕਤ ਹੈ, ਬਲ ਹੈ। ਜਿੱਥੇ ਵੀ ਕੱਲਾ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੈਠਣਾ, ਉੱਥੇ ਖਾਲਸਾ ਜੀ ਉਹਨਾਂ ਨੇ ਆਪਣੀ ਫੌਜ ਤਿਆਰ ਕਰ ਲੈਣੀ। ਕੱਢ ਮੋਹਰ ਤੋਹਤ ਖੀਸੋ ਦੇਵੈ। ਤੇ ਕਹਿੰਦੇ ਨੇ ਦੇਰੀ ਨਾ ਕਰਨੀ, ਵੇਖਦੇ ਵੇਖਦੇ ਖੀਸੇ ਦੇ ਵਿੱਚ ਹੱਥ ਪਾ ਕਰਕੇ ਹਰ ਇੱਕ ਸਿਪਾਹੀ ਨੂੰ ਲੋੜਵੰਦ ਨੂੰ ਮੋਹਰਾਂ ਦੇ ਦੇਣੀਆਂ। ਉਹ ਨਾ ਜਾਣੇ ਕਹਾਂ ਤੇ ਲੇਵੇ। ਤੇ ਕਹਿੰਦੇ ਸਾਰੇ ਹੈਰਾਨ ਹੁੰਦੇ ਸੀ ਵੀ ਪਤਾ ਨਹੀਂ ਖੀਸੇ ਦੇ ਵਿੱਚ ਕਿੰਨੀਆਂ ਕੇ ਮੋਹਰਾਂ ਨੇ, ਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਮੋਹਰਾਂ ਵੰਡੀ ਜਾ ਰਿਹਾ, ਪਰ ਉਹ ਮੋਹਰਾਂ ਦੇ ਵਿੱਚ ਕਦੇ ਵੀ ਕਮੀ ਨਹੀਂ ਆ ਰਹੀ। ਦੋਰਾ ਕਿਤੇ ਬਹੇ ਉਹ ਕਿਤ ਲੁਕੇ, ਕਿਤੇ ਦੇਸ ਉੱਡ ਜਾਏ। ਸੋ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਮੌਜ ਦੇ ਵਿੱਚ ਕਦੇ ਕਿਸੇ ਦੇਸ਼ ਵਿੱਚ, ਕਦੇ ਕਿਸੇ ਇਲਾਕੇ ਵਿੱਚ, ਜਿੱਥੇ ਵੀ ਦਿਲ ਕਰਦਾ ਹੈ ਉੱਥੇ ਜਾ ਕਰਕੇ ਡੇਰਾ ਲਾ ਲੈਂਦੇ ਨੇ। ਜੈ ਚਾਹੇ ਪ੍ਰਗਟੇ ਤਹਿਆਂ ਰਹਿ ਕੁੰਡੇ ਜੰਦੇ ਅੜਵਾਏ। ਤੇ ਖਾਲਸਾ ਜੀ ਜਿੱਥੇ ਦਿਲ ਕਰਦਾ, ਭਾਵੇਂ ਸਰਕਾਰਾਂ ਪਾਬੰਦੀਆਂ ਲਾਉਂਦੀਆਂ, ਸਰਕਾਰਾਂ ਕਿਲੇ ਦੇ ਬੂਹੇ ਬੰਦ ਕਰਦੀਆਂ, ਪਰ ਕਹਿੰਦੇ ਜਿੰਦਰੇ ਲੱਗੇ ਰਹਿ ਜਾਂਦੇ, ਦਰਵਾਜ਼ੇ ਬੰਦ ਰਹਿ ਜਾਂਦੇ, ਪਰ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਮਰਜ਼ੀ ਦੇ ਮਾਲਕ ਕਿਲੇ ਦੇ ਵਿੱਚ ਜਾ ਕਰਕੇ ਡੇਰਾ ਕਰ ਲਿਆ ਕਰਦੇ। ਬੰਦੇ ਨੀਹਲ ਆਏ ਕੇ ਮੁੜ ਚੜਿਓ ਸਾਰ ਸਭ ਕਾਮ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਚਿਆ ਨੀਹਲ ਵੱਲ ਚੱਲੀਏ। ਨੀਹਲ ਤੋਂ ਭਾਵ ਜਿੱਥੇ ਛੋਟੀਆਂ ਪਹਾੜੀਆਂ ਸ਼ੁਰੂ ਹੁੰਦੀਆਂ, ਛੋਟੀਆਂ ਪਹਾੜੀਆਂ ਨੂੰ ਨੀਹਲ ਕਿਹਾ ਜਾਂਦਾ ਹੈ, ਪਹਾੜਾਂ ਦੇ ਪੈਰ ਕਿਹਾ ਜਾਂਦਾ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਣ ਸੋਚਿਆ ਵੀ ਨੀਹਲ ਇਲਾਕੇ ਵੱਲ, ਭਾਵ ਇੱਧਰ ਹੁਸ਼ਿਆਰਪੁਰ ਵੱਲ, ਜਿਹੜੇ ਛੋਟੀਆਂ ਪਹਾੜੀਆਂ ਦੇ ਇਲਾਕੇ ਨੇ, ਇਹਨਾਂ ਇਲਾਕਿਆਂ ਦੇ ਵਿੱਚ ਜਾ ਕਰਕੇ ਹੁਣ ਡੇਰਾ ਕਰੀਏ। ਪਰਬਤ ਪਿਆਰੋ ਉਸ ਲਗੇ ਪਿਕ ਸਿੱਧ ਪੁਰਸ਼ਨ ਕੇ ਧਾਮ। ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਾੜੀ ਇਲਾਕੇ ਬਹੁਤ ਪਸੰਦ ਸਨ, ਕਿਉਂਕਿ ਕਸ਼ਮੀਰ ਦੀ ਧਰਤੀ ਤੇ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਹੋਇਆ ਸੀ ਅਤੇ ਸਿੱਧ ਪੁਰਸ਼ਾਂ ਦੇ ਨਾਲ, ਸੰਤਾਂ ਫਕੀਰਾਂ ਦੇ ਨਾਲ ਸੰਗਤ ਕਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਫੀ ਸਮਾਂ ਪਹਾੜਾਂ ਪਰਬਤਾਂ ਦੇ ਵਿੱਚ ਕੱਟਿਆ ਸੀ। ਖਾਲਸਾ ਜੀ ਇਹ ਵੈਸੇ ਇੱਕ ਸੁਭਾਵਕ ਹੈ, ਜਿਹੜੇ ਲੋਕ ਰੱਬ ਨੂੰ ਪਸੰਦ ਕਰਦੇ ਨੇ ਉਹ ਰੱਬ ਦੀ ਬਣਾਈ ਕੁਦਰਤ ਨਾਲ ਵੀ ਪਿਆਰ ਕਰਦੇ ਨੇ, ਤੇ ਜਿੰਨਾ ਤੁਸੀਂ ਕੁਦਰਤ ਦੇ ਨਜ਼ਦੀਕ ਜਾਓਗੇ ਉਨਾ ਤੁਸੀਂ ਰੱਬ ਦੇ ਵੀ ਨਜ਼ਦੀਕ ਹੋ ਜਾਂਦੇ ਹੋ, ਜਦੋਂ ਕੁਦਰਤ ਨਾਲ ਪਿਆਰ ਹੁੰਦਾ। ਤੇ ਜੋ ਭਗਤੀ ਕਰਦੇ ਨੇ, ਅਧਿਆਤਮਕ ਲੋਕ ਹੁੰਦੇ ਨੇ, ਸੰਤ ਮਹਾਤਮਾ ਜਿਹੜੇ ਸਿਮਰਨ ਕਰਦੇ ਨੇ, ਉਹਨਾਂ ਦੇ ਵਿੱਚ ਇੱਕ ਅਨੋਖਾ ਕਰਮ ਹੁੰਦਾ ਹੈ ਕਿ ਉਹ ਦੁਨੀਆ ਦੇ ਲੋਕਾਂ ਕੋਲ ਬੈਠਣਾ ਘੱਟ ਕਰ ਦਿੰਦੇ ਨੇ ਤੇ ਪਸ਼ੂਆਂ ਪੰਛੀਆਂ ਦੇ ਕੋਲ, ਪਰਬਤਾਂ ਦੇ ਕੋਲ, ਵਨਸਪਤੀ ਕੋਲ, ਰੁੱਖਾਂ ਕੋਲ ਬੈਠਣਾ ਜ਼ਿਆਦਾ ਸ਼ੁਰੂ ਕਰ ਦਿੰਦੇ ਨੇ। ਆਮ ਦੁਨਿਆਵੀ ਲੋਕ ਬੰਦਿਆਂ ਕੋਲ ਬੈਠਦੇ ਨੇ ਤੇ ਸੰਸਾਰ ਦੀਆਂ ਗੱਲਾਂ ਕਰਦੇ ਨੇ, ਪਰ ਜੋ ਭਗਤੀ ਕਰਨ ਵਾਲੇ ਅਧਿਆਤਮਕ ਲੋਕ ਉਹ ਕੁਦਰਤ ਵਿੱਚ ਜਾ ਕਰਕੇ, ਪਰਬਤਾਂ ਦੇ ਵਿੱਚ, ਰੁੱਖਾਂ ਦੇ ਕੋਲ ਜਾ ਕਰਕੇ ਜਾਂ ਦਰਿਆਵਾਂ ਦੇ ਕਿਨਾਰੇ ਤੇ ਜਾ ਕਰਕੇ ਪ੍ਰਮਾਤਮਾ ਦੀ ਸਿਫਤ ਕਰਦੇ ਨੇ, ਪ੍ਰਮਾਤਮਾ ਦੇ ਗੀਤ ਗਾਉਂਦੇ ਨੇ। ਪਰ ਇਸੇ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਲੋਕ ਪਰਬਤਾਂ ਵਿੱਚ ਜਾਂਦੇ ਸੀ ਵੀ ਕੁਦਰਤ ਦੇ ਨਜ਼ਦੀਕ ਹੋਈਏ, ਪਰ ਕੁਦਰਤ ਦੇ ਨਜ਼ਦੀਕ ਹੁੰਦੇ ਹੁੰਦੇ ਘਰ ਛੱਡ ਦਿੰਦੇ ਸੀ, ਘਰ ਦਾ ਤਿਆਗ ਕਰ ਦਿੰਦੇ ਸੀ। ਤੇ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਿ ਤੂੰ ਘਰ ਦਾ ਤਿਆਗ ਨਹੀਂ ਕਰਨਾ, ਘਰ ਦੇ ਵਿੱਚ ਰਹਿ ਕਰਕੇ ਵੀ ਤੂੰ ਕੁਦਰਤ ਦੀ ਸੰਭਾਲ ਕਰ ਸਕਦਾ। ਸੋ ਜਿਸ ਤਰ੍ਹਾਂ ਆਪਾਂ ਇਹਨਾਂ ਦੇਸ਼ਾਂ ਵਿੱਚ ਵੇਖਦੇ ਹਾਂ ਕਿ ਕਿਸ ਤਰ੍ਹਾਂ ਕੁਦਰਤ ਨੂੰ ਬਰਕਰਾਰ ਰੱਖਿਆ ਜਾਂਦਾ ਹੈ, ਸੋ ਇਸ ਤਰ੍ਹਾਂ ਘਰਾਂ ਦੇ ਵਿੱਚ ਰਹਿ ਕਰਕੇ ਵੀ ਤੂੰ ਕੁਦਰਤ ਨਾਲ ਪਿਆਰ ਕਰ, ਕਿਉਂਕਿ ਕੁਦਰਤ ਕਾਦਰ ਨੇ ਬਣਾਈ ਹੈ।
ਤੇ ਜਦੋਂ ਕਾਦਰ ਨਾਲ ਪਿਆਰ ਹੁੰਦਾ ਹੈ, ਕਾਦਰ ਦੀ ਬਣਾਈ ਹੋਈ ਵਸਤੂ ਦੇ ਨਾਲ ਵੀ ਪਿਆਰ ਹੁੰਦਾ ਹੈ। ਸੋ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਰੁਚੀ ਜ਼ਿਆਦਾ ਪਹਾੜੀ ਇਲਾਕਿਆਂ ਵੱਲ ਬਹੁਤ ਰਹਿੰਦੀ ਸੀ। ਚੌਪਈ ਤਬ ਬੰਦਾ ਮੁਰ ਚੜਿਓ ਪਹਾੜੀ। ਤਾਂ ਬਾਬਾ ਬੰਦਾ ਸਿੰਘ ਬਹਾਦਰ ਦੁਬਾਰਾ ਫਿਰ ਖਾਲਸਾ ਜੀ ਪਰਬਤ ਇਲਾਕਿਆਂ ਦੀ ਸੈਰ ਨੂੰ ਜਾਂਦੇ ਨੇ। ਪੁੱਤਰ ਕੌਣੀ ਉਸ ਲੱਗੀ ਪਿਆਰੀ। ਤੇ ਜਿਹੜਾ ਪਹਾੜਾਂ ਦਾ ਉੱਤਰੀ ਇਲਾਕਾ ਹੈ, ਕਹਿੰਦੇ ਉਹ ਉੱਤਰੀ ਇਲਾਕੇ ਵੱਲ ਆਪਣੀ ਰੁਚੀ ਬਹੁਤ ਵਧਾਉਂਦੇ ਨੇ। ਡੇਰਾ ਕੀਨਸ ਤਿਸ ਹੀ ਜਾਈ। ਉੱਥੇ ਇੱਕ ਕੀਨਸ ਸ਼ਹਿਰ ਹੈ ਪਹਾੜਾਂ ਦੇ ਵਿੱਚ। ਉਸ ਕੀਨਸ ਸ਼ਹਿਰ ਵਿੱਚ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਡੇਰਾ ਕੀਤਾ। ਬੈਠ ਤਹਾਂ ਮਨ ਖੁਸ਼ੀ ਜੋ ਆਈ। ਤੇ ਖਾਲਸਾ ਜੀ ਉੱਥੇ ਬੈਠ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਮਨ ਦੇ ਵਿੱਚ ਬਹੁਤ ਪ੍ਰਸੰਨਤਾ ਕੀਤੀ। ਦੋਹਰਾ ਮੁਇਓ ਬਹਾਦਰ ਸ਼ਾਹ ਸੋ 1784 ਸਾਲ। ਸੋ ਕਹਿੰਦੇ ਹੁਣ 1784 ਸੰਮਤ ਬਿਕਰਮੀ ਚੜ ਗਿਆ ਤੇ ਜੋ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਸੀ ਖਾਲਸਾ ਜੀ, ਉਹ ਬਹਾਦਰ ਸ਼ਾਹ ਦੀ ਮੌਤ ਹੋ ਗਈ। ਔਰੰਗਜ਼ੇਬ ਦਾ ਪੁੱਤਰ ਸੀ ਬਹਾਦਰ ਸ਼ਾਹ, ਜਿਸ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਖਤ ਤੇ ਬਿਠਾਇਆ ਸੀ, ਗੱਦੀ ਤੇ ਬਿਠਾਇਆ ਸੀ, ਜੋ ਖੁਦ ਚੱਲ ਕਰਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਤੇ ਆ ਕਰਕੇ ਇਹ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਰਾਜ ਗੱਦੀ ਦਾ ਮਾਲਕ ਬਣਾਇਆ ਜਾਵੇ। ਸਤਿਗੁਰੂ ਨੇ ਭਾਈ ਦਇਆ ਸਿੰਘ ਜੀ ਹੋਣਾ ਨਾਲ ਖਾਲਸਾਈ ਫੌਜ ਭੇਜੀ ਤੇ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਇਆ। ਤੇ ਖਾਲਸਾ ਜੀ ਜੋ ਬਹਾਦਰ ਸ਼ਾਹ ਨੇ ਵਾਅਦੇ ਕੀਤੇ, ਉਸ ਤੋਂ ਵਾਅਦਿਆਂ ਤੋਂ ਬਹਾਦਰ ਸ਼ਾਹ ਇੱਕ ਵਾਰ ਮੁਨਕਰ ਹੋ ਗਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਲੰਮਾ ਸਮਾਂ ਮੁਲਾਕਾਤ ਨਾ ਹੋਈ। ਤੇ ਕਲਗੀਧਰ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਤੀਰ ਖਾਲਸਾ ਜੀ ਅਸਮਾਨ ਵੱਲ ਛੱਡਿਆ ਤੇ ਕਹਿੰਦੇ ਨੇ ਮੀਲੋਂ ਦੂਰ ਬਹਾਦਰ ਸ਼ਾਹ ਆਪਣੇ ਪਲੰਗੇ ਤੇ ਬੈਠਾ ਹੋਇਆ ਸੀ ਤੇ ਉਸ ਵਕਤ ਪਲੰਗੇ ਤੇ ਬੈਠ ਕਰਕੇ ਤਾਸ਼ ਖੇਡ ਰਿਹਾ ਸੀ। ਕਹਿੰਦੇ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਤੀਰ ਛੱਡਿਆ ਤੇ ਮਹਾਰਾਜ ਦਾ ਤੀਰ ਬਹਾਦਰ ਸ਼ਾਹ ਦੇ ਪਲੰਗੇ ਦੇ ਮੰਜੇ ਦੇ ਪਾਵੇ ਨੂੰ ਜਾ ਕਰਕੇ ਵੱਜਾ। ਜਦੋਂ ਆ ਕੇ ਇੱਕੋ ਦਮ ਤੀਰ ਵੱਜਿਆ, ਡਰ ਗਿਆ, ਚੁਕੰਨਾ ਹੋ ਗਿਆ ਵੀ ਤੀਰ ਕਿਸਨੇ ਮਾਰਿਆ। ਪਰ ਜਦੋਂ ਤੀਰ ਵੱਲ ਨਿਗਾਹ ਪਈ, ਤੀਰ ਤੇ ਸੋਨਾ ਲੱਗਾ ਸੀ ਤੇ ਪਤਾ ਲੱਗ ਗਿਆ ਵੀ ਜਿਸ ਤੀਰ ਤੇ ਸੋਨਾ ਲੱਗਿਆ ਹੁੰਦਾ ਉਹ ਗੁਰੂ ਗੋਬਿੰਦ ਸਿੰਘ ਦਾ ਤੀਰ ਹੁੰਦਾ। ਬਹਾਦਰ ਸ਼ਾਹ ਨੇ ਕਿਹਾ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਹੈ, ਪਰ ਮਹਾਰਾਜ ਨਜ਼ਰ ਤਾਂ ਨਹੀਂ ਆ ਰਹੇ, ਇਹ ਜ਼ਰੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੋਈ ਕਰਾਮਾਤ ਹੈ। ਜਦੋਂ ਇਹ ਬਚਨ ਕੀਤਾ, ਕਹਿੰਦੇ ਦੂਸਰਾ ਤੀਰ ਦੁਬਾਰਾ ਮੰਜੇ ਦੇ ਪਾਵੇ ਤੇ ਆ ਕਰਕੇ ਵੱਜਾ, ਜਿਸ ਦੇ ਨਾਲ ਇੱਕ ਚਿੱਠੀ ਬੰਨੀ ਹੋਈ ਸੀ। ਉਸ ਕਾਗਜ਼ ਤੇ ਲਿਖਿਆ ਸੀ ਬਹਾਦਰ ਸ਼ਾਹ ਇਹ ਕਰਾਮਾਤ ਨਹੀਂ, ਇਹ ਮੇਰੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਪਰ ਖਾਲਸਾ ਜੀ ਵੇਖੋ ਪਿਆਰ ਨਾਲ ਜੇ ਇਤਿਹਾਸਕ ਸਾਖੀ ਨੂੰ ਵਾਚੀਏ ਕਿ ਭਾਵੇਂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਵੀ ਮੇਰੀ ਸ਼ਸਤਰ ਵਿਦਿਆ ਦਾ ਅਭਿਆਸ ਹੈ, ਪਰ 14 ਮੀਲ ਦੂਰ ਬਹਾਦਰ ਸ਼ਾਹ ਬੈਠਾ ਤੇ 14 ਮੀਲ ਦੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਹਾਦਰ ਸ਼ਾਹ ਦੇ ਮਨ ਦੀ ਗੱਲ ਨੂੰ ਜਾਣ ਕਰਕੇ ਨਾਲ ਦੀ ਨਾਲ ਜਵਾਬ ਭੇਜਦੇ ਕਿ ਬਹਾਦਰ ਸ਼ਾਹ ਕਰਾਮਾਤ ਨਹੀਂ, ਮੇਰੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਇੱਥੋਂ ਪਤਾ ਲੱਗਦਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਘਟ ਘਟ ਦੀ ਜਾਣਦੇ, ਹਰ ਇੱਕ ਦੇ ਅੰਦਰ ਦੀ ਜਾਣਦੇ। ਜਦੋਂ ਖਾਲਸਾ ਜੀ ਇਹ ਜਵਾਬ ਮਿਲਿਆ, ਬਹਾਦਰ ਸ਼ਾਹ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਲਾਸ਼ ਕਰੋ, ਸਤਿਗੁਰਾਂ ਨਾਲ ਮੁਲਾਕਾਤ ਕਰੀਏ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਬਹਾਦਰ ਸ਼ਾਹ ਮੁਲਾਕਾਤ ਕਰਨ ਵਾਸਤੇ ਗਿਆ ਤੇ ਹਾਥੀਆਂ ਤੇ ਸਵਾਰ ਘੋੜਿਆਂ ਵਾਲੀ ਫੌਜ ਲੈ ਕਰਕੇ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪਏ ਤੇ ਕਹਿਣ ਲੱਗੇ, ਦਇਆ ਸਿੰਘ ਜੀ ਵੇਖੋ ਕੈਸਾ ਅਜਬ ਤਮਾਸ਼ਾ ਹੈ ਕਿ ਜਦੋਂ ਰਾਜ ਲੈਣਾ ਸੀ ਨੰਗੇ ਪਹਿਰੀ ਚੱਲ ਕੇ ਆਇਆ ਸੀ, ਅੱਜ ਰਾਜ ਮਿਲ ਗਿਆ ਤੇ ਹਾਥੀਆਂ ਤੇ ਸਵਾਰ ਹੋ ਕੇ ਆ ਰਿਹਾ। ਇਹ ਸੱਚ ਹੈ, ਜਦੋਂ ਰਾਜ ਚਾਹੀਦਾ ਲੋਕਾਂ ਨੂੰ ਤੇ ਲੋਕਾਂ ਦੇ ਘਰ ਦੇ ਬੂਹੇ ਖੜਕਾਉਂਦੇ, ਪਰ ਜਦੋਂ ਰਾਜ ਮਿਲ ਜਾਂਦਾ ਫਿਰ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਵੀ ਕਰਦੇ। ਸੋ ਕਹਿੰਦੇ ਮਹਾਰਾਜ ਨਾਲ ਮੁਲਾਕਾਤ ਹੋਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਨਾਲ। ਮਹਾਰਾਜ ਕੋਲ ਜਾ ਕੇ ਬੈਠਾ ਤੇ ਕਹਿਣ ਲੱਗਾ, ਮਹਾਰਾਜ ਮੇਰੀਆਂ ਫੌਜਾਂ ਵਿੱਚ ਬਹੁਤ ਤਾਕਤ ਸੀ, ਮੇਰੇ ਹਾਥੀਆਂ ਵਿੱਚ ਤਾਕਤ ਸੀ, ਜਿਸ ਕਰਕੇ ਮੈਨੂੰ ਰਾਜ ਮਿਲ ਗਿਆ। ਸਤਿਗੁਰੂ ਕਹਿਣ ਲੱਗੇ, ਬਹਾਦਰ ਸ਼ਾਹ ਹਾਥੀ ਦੀ ਤਾਕਤ ਤੇ ਮਾਣ ਕਰਦਾ, ਪਰ ਜਿਸ ਖੁਦਾ ਨੇ ਹਾਥੀ ਨੂੰ ਤਾਕਤ ਦਿੱਤੀ ਹੈ ਉਸ ਖੁਦਾ ਦੀ ਤਾਕਤ ਤੇ ਮਾਣ ਕਰਿਆ ਕਰ। ਹਾਥੀ ਨੂੰ ਵੀ ਤਾਕਤ ਖੁਦਾ ਨੇ ਦਿੱਤੀ ਹੈ, ਇਸ ਕਰਕੇ ਖੁਦਾ ਦੀ ਤਾਕਤ ਤੇ ਮਾਣ ਕਰਿਆ ਕਰ।
ਤੇ ਖਾਲਸਾ ਜੀ ਬਹਾਦਰ ਸ਼ਾਹ ਫਿਰ ਵੀ ਨਾ ਸਮਝਿਆ, ਕਹਿੰਦਾ ਨਹੀਂ ਮਹਾਰਾਜ, ਕਹਿੰਦਾ ਮੇਰੇ ਹਾਥੀ ਵਿੱਚ ਬੜੀ ਤਾਕਤ ਹੈ। ਮਹਾਰਾਜ ਨੇ ਫਿਰ ਸਮਝਾਇਆ, ਬਹਾਦਰ ਸ਼ਾਹ ਹਾਥੀ ਵਿੱਚ ਤਾਕਤ ਨਹੀਂ, ਜਿਹੜਾ ਹਾਥੀ ਨੂੰ ਤਾਕਤ ਦੇ ਰਿਹਾ ਉਹ ਖੁਦਾ ਵਿੱਚ ਤਾਕਤ ਬਹੁਤ ਵੱਡੀ ਹੈ। ਨਹੀਂ ਸਮਝਿਆ। ਮਹਾਰਾਜ ਕਹਿਣ ਲੱਗੇ, ਬਹਾਦਰ ਸ਼ਾਹ ਇੱਕ ਪਰਖ ਕਰ ਲੈ, ਤੂੰ ਆਪਣਾ ਹਾਥੀ ਤਿਆਰ ਕਰ ਤੇ ਇਧਰੋਂ ਗੁਰੂ ਨਾਨਕ ਦੇ ਘਰ ਦਾ ਹਾਥੀ ਤਿਆਰ ਹੋਵੇਗਾ, ਉਹਦੇ ਨਾਲ ਮੁਕਾਬਲਾ ਕਰਾ ਕੇ ਵੇਖ। ਬਹਾਦਰ ਸ਼ਾਹ ਨੇ ਕਿਹਾ, ਮੇਰਾ ਹਾਥੀ ਤੇ ਨਜ਼ਰ ਆਉਂਦਾ, ਤੁਹਾਡਾ ਹਾਥੀ ਤਾਂ ਨਜ਼ਰ ਹੀ ਨਹੀਂ ਆਉਂਦਾ। ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਮੈਦਾਨ ਵਿੱਚ ਸਜੇ ਸੀ, ਉਸ ਮੈਦਾਨ ਵਿੱਚ ਇੱਕ ਕੱਟਾ ਘਾਹ ਚਰ ਰਿਹਾ ਸੀਗਾ। ਖਾਲਸਾ ਜੀ ਸਤਿਗੁਰੂ ਕਹਿਣ ਲੱਗੇ, ਉਹ ਗੁਰੂ ਘਰ ਦਾ ਹਾਥੀ। ਤੇ ਬਹਾਦਰ ਸ਼ਾਹ ਕਹਿਣ ਲੱਗਾ, ਮਹਾਰਾਜ ਉਹ ਹਾਥੀ ਨਹੀਂ ਹੈ, ਕੱਟਾ ਹੈ। ਮਹਾਰਾਜ ਕਹਿਣ ਲੱਗੇ, ਜਿਨੇ ਹਾਥੀ ਨੂੰ ਤਾਕਤ ਦਿੱਤੀ ਹੈ ਉਸ ਨੂੰ ਵੀ ਤਾਕਤ ਦੇਵੇਗਾ। ਕਲਗੀਆਂ ਵਾਲੇ ਪਾਤਸ਼ਾਹ ਨੇ ਹੱਥ ਫੇਰਿਆ, ਉਧਰੋਂ ਬਹਾਦਰ ਸ਼ਾਹ ਦਾ ਹਾਥੀ ਦੌੜਦਾ ਆਇਆ, ਇਧਰੋਂ ਮਹਾਰਾਜ ਦਾ ਥਾਪੜਾ ਲੈ, ਜਿਨੇ ਥਾਪੜਾ ਮਹਾਰਾਜ ਨੇ ਜਿਸ ਕੱਟੇ ਨੂੰ ਥਾਪੜਾ ਦਿੱਤਾ, ਇਧਰੋਂ ਉਹ ਦੌੜ ਕੇ ਗਿਆ। ਕਹਿੰਦੇ ਜਿਸ ਹਾਥੀ ਦੀ ਤਾਕਤ ਤੇ ਮਾਣ ਸੀ, ਜਦੋਂ ਟੱਕਰ ਹੋਈ ਤੇ ਹਾਥੀ ਚਿੰਗਾੜਾ ਮਾਰਦਾ, ਚੀਕਾਂ ਮਾਰਦਾ ਪਿਛਾਂਹ ਨੂੰ ਭੱਜ ਗਿਆ। ਤੇ ਬਹਾਦਰ ਸ਼ਾਹ ਬਹੁਤ ਸ਼ਰਮਿੰਦਾ ਹੋਇਆ ਤੇ ਮਹਾਰਾਜ ਤੋਂ ਮੁਆਫੀ ਮੰਗੀ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਹਾਦਰ ਸ਼ਾਹ ਚੇਤੇ ਰੱਖਿਆ ਕਰ, ਚੀਂਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਕੀੜੀ ਥਾਪ ਦੇ ਪਾਤਸ਼ਾਹੀ। ਉਹ ਤੇ ਜੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਆਪਣੀ ਮੌਜ ਵਿੱਚ ਆ ਜਾਵੇ ਤੇ ਕੀੜੀ ਨੂੰ ਥਾਪੜਾ ਦੇ ਦੇਵੇ, ਤੇ ਕੀੜੀ ਨੂੰ ਵੀ ਇੰਨੀ ਤਾਕਤ ਦੇ ਦਿੰਦਾ ਕਿ ਵੱਡੀਆਂ ਵੱਡੀਆਂ ਫੌਜਾਂ ਕੀੜੀ ਸੁਆਹ ਕਰ ਦਿੰਦੀ ਹੈ। ਸੋ ਇਸ ਕਰਕੇ ਪ੍ਰਮਾਤਮਾ ਦੀ ਤਾਕਤ ਤੇ ਮਾਣ ਕਰ, ਆਪਣੀਆਂ ਫੌਜਾਂ ਦੀ ਤਾਕਤ ਤੇ ਮਾਣ ਨਾ ਕਰ। ਸੋ ਇਸ ਤਰ੍ਹਾਂ ਬਹਾਦਰ ਸ਼ਾਹ ਸਤਿਗੁਰੂ ਦੇ ਘਰ ਦਾ ਸ਼ਰਧਾਲੂ ਵੀ ਸੀ। ਪਰ ਕਹਿੰਦੇ ਹੁਣ 1784 ਸੰਮਤ ਬਿਕਰਮੀ ਚੜ ਗਈ ਤੇ ਬਹਾਦਰ ਸ਼ਾਹ ਦੀ ਮੌਤ ਹੋ ਗਈ। ਫਰੁਖਸਿਅਰ ਉਸ ਪੁੱਤਰ ਤਿਸ ਕੋ ਸੁਨੋ ਹਵਾਲ। ਹੁਣ ਜਿਹੜਾ ਫਰੁਖਸਿਅਰ ਬਹਾਦਰ ਸ਼ਾਹ ਦਾ ਪੋਤਰਾ ਸੀ, ਭਾਈ ਰਤਨ ਸਿੰਘ ਭੰਗੂ ਕਹਿੰਦੇ, ਉਸ ਬਾਰੇ ਹੁਣ ਮੈਂ ਦੱਸਣ ਲੱਗਾ ਹਾਂ। ਚੌਪਈ ਫਰੁਖਸਿਅਰ ਜਬ ਤਖਤੇ ਬਹਿਓ। ਹੁਣ ਦਿੱਲੀ ਦੇ ਤਖਤ ਦਾ ਮਾਲਕ ਫਰੁਖਸਿਅਰ ਬਣਿਆ ਬਹਾਦਰ ਸ਼ਾਹ ਦਾ ਪੁੱਤਰਾ। ਚੁਗਲਿਆਨੀ ਉਸੇ ਉਸੇ ਸੋ ਜੋ ਕਹਿਓ। ਤੇ ਕਹਿੰਦੇ ਜਦੋਂ ਕੋਈ ਰਾਜ ਗੱਦੀ ਤੇ ਨਵਾਂ ਬਣਦਾ ਹੈ ਨਾ, ਤੇ ਕਹਿੰਦੇ ਚੁਗਲਖੋਰ ਵੀ ਫਿਰ ਨਾਲ ਹੀ ਆ ਜਾਂਦੇ ਨੇ। ਜਦੋਂ ਕੋਈ ਨਵੀਂ ਸਰਕਾਰ ਬਣੇ ਤੇ ਉਹਨਾਂ ਨਾਲ ਚੁਗਲਖੋਰ ਵੀ ਆ ਜਾਂਦੇ, ਜਿਹੜੇ ਉਹਨਾਂ ਸਰਕਾਰਾਂ ਨੂੰ ਫਿਰ ਭੜਕਾਉਂਦੇ ਰਹਿੰਦੇ। ਕਹਿੰਦੇ ਜਦੋਂ ਫਰੁਖਸਿਅਰ ਤਖਤ ਦੇ ਉੱਤੇ ਬੈਠਾ ਤੇ ਇਸੇ ਤਰ੍ਹਾਂ ਚੁਗਲਖੋਰ ਉਦੋਂ ਵੀ ਉਹਦੇ ਆਲੇ ਦੁਆਲੇ ਆ ਕੇ ਖੜੇ ਹੋ ਗਏ। ਗੁਰੂ ਬੰਦੇ ਕਰ ਰੱਖੀ ਖੁਆਰੀ। ਤੇ ਕਹਿਣ ਲੱਗੇ ਵੀ ਗੁਰੂ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਦੁਖੀ ਕੀਤਾ ਹੈ, ਉਹਦਾ ਖਾਤਮਾ ਕਰੀਏ। ਔਰ ਪਾਤਸ਼ਾਹੀ ਸੁਖ ਹੈ ਸਾਰੀ। ਤਾਂ ਜਾ ਕਰਕੇ ਕਿਤੇ ਸਾਰਾ ਇਹ ਮੁਗਲ ਹਕੂਮਤ ਦੀ ਬਾਦਸ਼ਾਹੀਅਤ ਸੁਖ ਮਾਨੇਗੀ। 22 ਸੂਬਨ ਤੇ ਟਕੇ ਚੱਲ ਆਵੇ। ਇਹ ਜਿਹੜਾ 22 ਸੂਬਿਆਂ ਤੋਂ ਉਗਰਾਹੀ ਆਉਂਦੀ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਨਜ਼ਰਾਨਾ ਉਗਰਾਹੀ ਬੰਦ ਕਰ ਦਿੱਤੀ ਹੈ। ਜੇ ਖਾਤਮਾ ਹੋ ਗਿਆ, ਅਗਰਾਹੀ ਦੁਬਾਰਾ ਫਿਰ ਦਿੱਲੀ ਸਰਕਾਰ ਕੋਲ ਆਵੇਗੀ। ਹੁਕਮ ਸ਼ਾਹ ਨਾ ਕੋ ਪਲਟਾਵੇ। ਤੇ ਤੂੰ ਹੁਣ ਤਖਤ ਦਾ ਮਾਲਕ ਹੈ, ਬਾਦਸ਼ਾਹ ਹੈ, ਤੇ ਤੇਰਾ ਹੁਕਮ ਕੋਈ ਵੀ ਨਹੀਂ ਟਾਲੇਗਾ। ਉਸ ਕੋ ਚੜ ਤੂੰ ਦੇ ਦਿਦਾਕਰ। ਇਸ ਕਰਕੇ ਉਹਦੇ ਉੱਤੇ ਚੜ੍ਹਾਈ ਕਰਕੇ ਹੁਣ ਉਹਦਾ ਖਾਤਮਾ ਕਰ ਦੇ। ਅਰੇ ਉਹ ਦਾਦੇ ਤੈਥੋਂ ਕੰਮ ਸਾਰਕ। ਜਿਹੜਾ ਕੰਮ ਤੇਰੇ ਦਾਦੇ ਨੇ ਨਹੀਂ ਕੀਤਾ, ਹੁਣ ਤੂੰ ਆਪਣੇ ਦਾਦੇ ਦੀ ਗੱਦੀ ਤੇ ਬੈਠਾ, ਇਸ ਕਰਕੇ ਦਾਦੇ ਵਾਲਾ ਕੰਮ ਤੂੰ ਪੂਰਾ ਕਰ ਦੇ। ਦੋਹਰਾ ਫਰੁਖਸਿਅਰ ਨੇ ਉਹਨੇ ਆਖਿਆ, ਹਮ ਦਾਦਾ ਗਿਓ ਸਮਝਾਏ। ਤੇ ਅੱਗੋਂ ਫਰੁਖਸਿਅਰ ਕਹਿਣ ਲੱਗਾ ਕਿ ਮੇਰੀ ਸੁਣੋ ਗੱਲ, ਮੈਨੂੰ ਮੇਰੇ ਦਾਦੇ ਨੇ ਚੰਗੀ ਤਰ੍ਹਾਂ ਇੱਕ ਗੱਲ ਸਮਝਾ ਦਿੱਤੀ ਹੈ। ਗੁਰੂ ਨਾਨਕ ਘਰ ਜੋ 300 ਤੂੰ ਨਾ ਬਿਗਰਾਏ। ਕਿ ਜਿਹੜਾ ਗੁਰੂ ਨਾਨਕ ਦਾ ਘਰ ਹੈ, ਉਸ ਗੁਰੂ ਨਾਨਕ ਦੇ ਘਰ ਨਾਲ ਕਦੇ ਵਿਗਾੜੀ ਨਾ, ਕਿਉਂਕਿ ਜਿਹੜਾ ਗੁਰੂ ਨਾਨਕ ਦੇ ਘਰ ਨਾਲ ਵਿਗਾੜਦਾ ਹੈ ਉਹ ਬਹੁਤੇ ਦਿਨਾਂ ਦਾ ਮਾਲਕ ਨਹੀਂ ਰਹਿੰਦਾ, ਛੇਤੀ ਢਹਿ ਢੇਰੀ ਹੋ ਜਾਂਦਾ। ਸੋ ਕਹਿਣ ਲੱਗਾ, ਇਸ ਤਰ੍ਹਾਂ ਮੈਨੂੰ ਮੇਰੇ ਦਾਦੇ ਨੇ ਸਮਝਾਇਆ ਤੇ ਮੈਂ ਗੁਰੂ ਨਾਨਕ ਦੇ ਘਰ ਨਾਲ ਟੱਕਰ ਨਹੀਂ ਲੈ ਸਕਦਾ। ਚੌਪਈ ਨੂੰ ਰੰਗ ਪੜਦਾਦੋ ਜਬੇ ਰਸਾਇਓ। ਜਦੋਂ ਸਾਡੇ ਪੜਦਾਦੇ ਔਰੰਗਜ਼ੇਬ ਨੇ, ਕਹਿਣ ਲੱਗਾ ਜਦੋਂ ਉਹਨੇ ਵੀ ਸਤਿਗੁਰੂ ਤੇ ਵਾਅਦੀ ਕੀਤੀ, ਉਹਦੇ ਤੇ ਵੀ ਕਰੋਪੀ ਹੋਈ ਸੀ। ਸਤਿਗੁਰ ਉੱਪਰ ਦਾਦੋ ਚੜਾਇਓ। ਉਸਨੇ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਜੋ ਮਾਲਕ ਨੇ,
ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 10ਵੀਂ ਜੋਤ ਦੇ ਰੂਪ ਦੇ ਵਿੱਚ ਪ੍ਰਕਾਸ਼ਮਾਨ ਹੋਏ, ਕਹਿਣ ਲੱਗੇ ਸਾਡੇ ਦਾਦੇ ਨੂੰ ਭਾਵ ਕੇ ਬਹਾਦਰ ਸ਼ਾਹ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਤਖਤ ਤੇ ਬਿਠਾਇਆ। ਸਾਡੇ ਕੋਲ ਰਾਜ ਨਹੀਂ ਸੀ ਆਉਣਾ, ਜੇ ਗੁਰੂ ਗੋਬਿੰਦ ਸਿੰਘ ਕਿਰਪਾ ਨਾ ਕਰਦੇ ਮੇਰਾ ਦਾਦਾ ਕਦੇ ਵੀ ਨਾ ਤਖਤ ਤੇ ਬੈਠਦਾ। ਇਸ ਤਰ੍ਹਾਂ ਦੀਆਂ ਗੱਲਾਂ ਫਿਰ ਫਰਖਸ਼ੀਰ ਆਪਣੇ ਵਜ਼ੀਰਾਂ ਨੂੰ ਦੱਸਦਾ ਹੈ। ਹਮ ਦਾਦੇ ਨੇ ਕਰਿਓ ਬਿਗਾਰ, ਜਿਹੜਾ ਸਾਡਾ ਦਾਦਾ ਸੀ ਭਾਵ ਬਹਾਦਰ ਸ਼ਾਹ ਬਾਰੇ ਦੱਸਦਾ ਹੈ ਕਿ ਉਹਨੇ ਵੀ ਕਦੇ ਸਤਿਗੁਰੂ ਨਾਲ ਸਤਿਗੁਰੂ ਦੇ ਘਰ ਨਾਲ ਵਿਗਾੜੀ ਨਹੀਂ, ਤੇ ਤੁਸੀਂ ਮੈਨੂੰ ਗੁਰੂ ਨਾਨਕ ਦੇ ਘਰ ਨਾਲ ਵਿਗਾੜਨ ਲਈ ਕਹਿ ਰਹੇ ਹੋ। ਕਲ ਅਹਦੀਆਂ ਕੰਮ ਦਏ ਸਵਾਰ, ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤਾਪ ਸਾਹਮਣੇ ਜਿੱਥੇ ਦਾਦਾ ਬਹਾਦਰ ਸ਼ਾਹ ਝੁਕਦਾ ਰਿਹਾ, ਮੈਂ ਵੀ ਉਹਨਾਂ ਦੇ ਘਰ ਦੇ ਨਾਲ ਟੱਕਰ ਨਹੀਂ ਲੈ ਸਕਦਾ। ਉਸ ਦਿਨ ਥੀ ਗੁਰ ਬਾਤੈ ਕਹੀ, ਕਿਉਂਕਿ ਜਿਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਖਤ ਤੇ ਬਿਠਾਇਆ ਸੀ, ਉਸ ਦਿਨ ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ, ਹਮ ਤੁਮ ਕੋ ਅਬ ਸ਼ਾਹੀ ਦਈ, ਕਿ ਗੁਰੂ ਨਾਨਕ ਦੇ ਘਰ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ। ਭਾਵ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਬਹਾਦਰ ਸ਼ਾਹ ਨੂੰ ਕਿਹਾ ਕਿ ਜੇ ਤੂੰ ਤਖਤ ਤੇ ਬੈਠਾ ਤੇ ਤੈਨੂੰ ਤਖਤ ਦਾ ਮਾਲਕ ਗੁਰੂ ਨਾਨਕ ਦੇ ਘਰ ਨੇ ਬਣਾਇਆ ਹੈ। ਸੋ ਸਤਿਗੁਰ ਸੰਗ ਹੋ ਕਰ ਦਈ। ਸੋ ਇਸ ਕਰਕੇ ਖਾਲਸਾ ਜੀ ਬਹਾਦਰ ਸ਼ਾਹ ਨੇ ਕਦੇ ਵੀ ਗੁਰੂ ਘਰ ਨਾਲ ਵਿਗਾੜੀ ਨਹੀਂ, ਬਲਕਿ ਸ਼ਰਨੀ ਮਹਾਰਾਜ ਦੇ ਸਦਾ ਵਿਚਰਿਆ ਹੈ। ਬਿਨ ਉਨ ਹਮ ਕਬ ਸਕਤੇ ਲਈ, ਸੋ ਇਸ ਕਰਕੇ ਮੈਂ ਉਹਨਾਂ ਗੁਰੂਆਂ ਦੀ ਮਦਦ ਤੋਂ ਬਿਨਾ ਕਦੇ ਵੀ ਇਹ ਤਖਤ ਤੇ ਨਾ ਬੈਠਦਾ ਜੇ ਸਤਿਗੁਰੂ ਮੇਰੇ ਦਾਦੇ ਦੀ ਮਦਦ ਨਾ ਕਰਦੇ। ਆਜਮ ਸ਼ਾਹ ਥੋ ਹਮ ਤੇ ਭਾਰੀ, ਜਿਹੜਾ ਆਜਮ ਸ਼ਾਹ ਸੀ, ਕਿੱਡਾ ਜਰਨੈਲ ਸੀ, ਕਿੱਡਾ ਯੋਧਾ ਸੀ, ਆਜਮ ਸ਼ਾਹ ਦਾ ਮੁਕਾਬਲਾ ਨਹੀਂ ਸੀ ਹੋ ਸਕਦਾ ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਖਾਲਸਾਈ ਫੌਜ ਨਾ ਭੇਜਦੇ। ਉਸੇ ਮਗਰ ਥੀ ਬੋ ਫੌਜ ਸਾਰੀ, ਕਿਉਂਕਿ ਆਜਮ ਸ਼ਾਹ ਦੇ ਕੋਲ ਇੱਕ ਆਪਣੀ ਵੱਖਰੀ ਫੌਜ ਸੀ, ਤੇ ਆਜਮ ਸ਼ਾਹ ਨੂੰ ਜਿੱਤਣਾ ਬਹਾਦਰ ਸ਼ਾਹ ਵਾਸਤੇ ਵੀ ਨਾਮੁਮਕਿਨ ਸੀ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਆਜਮ ਸ਼ਾਹ ਵੀ ਹਾਰ ਗਿਆ। ਸੋ ਕਬ ਹੂੰ ਤੋ ਹਮ ਤੇ ਮਾਰੀ, ਏਡਾ ਵੱਡਾ ਯੋਧਾ ਸਾਡੇ ਤੋਂ ਮਾਰਿਆ ਨਹੀਂ ਸੀ ਜਾਣਾ। ਉਸ ਕਰਕੇ ਮੈਂ ਅਬ ਕਰੈ ਖੁਆਰੀ, ਤੇ ਜਿਸ ਘਰ ਨੇ, ਜਿਸ ਗੁਰੂ ਨਾਨਕ ਦੇ ਘਰ ਨੇ ਸਾਨੂੰ ਤਖਤ ਦਾ ਮਾਲਕ ਬਣਾਇਆ, ਅਸੀਂ ਉਸ ਗੁਰੂ ਨਾਨਕ ਦੇ ਘਰ ਨਾਲ ਵਿਗਾੜਨ ਬਾਰੇ ਸੋਚ ਵੀ ਨਹੀਂ ਸਕਦੇ। ਯੋਂ ਕਹਿ ਬਾਤ ਦਈ ਉਸ ਮੋੜ, ਸੋ ਫਰਖਸ਼ੀਰ ਨੇ ਪਹਿਲਾਂ ਇਸ ਤਰ੍ਹਾਂ ਦੇ ਬਚਨ ਕਹਿ ਕਰਕੇ ਖਾਲਸਾ ਜੀ ਉਹਨਾਂ ਦੀ ਗੱਲ ਮੋੜ ਦਿੱਤੀ। ਨੈ ਗੁਰੂ ਘਰ ਸਿਉ ਕਰੀ ਅਜੋੜ, ਕਿ ਮੈਂ ਗੁਰੂ ਘਰ ਦੇ ਨਾਲ ਕਦੇ ਵੀ ਨਹੀਂ ਵਿਗਾੜਾਂਗਾ, ਵਾਦੀ ਨਹੀਂ ਕਰਾਂਗਾ। ਯੋਂ ਕਰਕੇ ਕਈ ਦਿਨੇ ਬਿਤਾਏ, ਸੋ ਇਸ ਵਿਚਾਰ ਗੋਸ਼ਟੀ ਤੋਂ ਬਾਅਦ, ਵਿਚਾਰ ਚਰਚਾ ਤੋਂ ਬਾਅਦ ਕਹਿੰਦੇ ਕਈ ਦਿਨ ਬਤੀਤ ਹੋ ਗਏ। ਫੇਰ ਚੁਗਲ ਆਏ ਕਹਤੇ ਭਏ, ਪਰ ਕਹਿੰਦੇ ਚੁਗਲਖੋਰ ਫਿਰ ਵੀ ਨਾ ਟਲੇ। ਥੋੜੇ ਦਿਨਾਂ ਬਾਅਦ ਫਿਰ ਫਰਖਸ਼ੀਰ ਦੇ ਕੰਨਾਂ ਦੇ ਕੋਲ ਆ ਕਰਕੇ ਚੁਗਲੀ ਕਰਨ ਲੱਗ ਪਏ। ਦੋਹਰਾ ਤੋ ਜੁਗਲਨ ਫਿਰ ਆ ਕਹੀ, ਹਮ ਬੰਦੇ ਬਹੁ ਦੁਖ ਦੀਨ, ਤੇ ਕਹਿਣ ਲੱਗੇ ਕਿ ਬੰਦਾ ਸਿੰਘ ਬਹਾਦਰ ਨੇ ਸਾਨੂੰ ਬਹੁਤ ਦੁੱਖ ਦਿੱਤਾ ਹੈ, ਇਸ ਕਰਕੇ ਤੂੰ ਸਾਡੀ ਮਦਦ ਕਰ। ਦੀਨ ਉਠਾਇਓ ਸੋਚ ਹੈ ਸਾਰੀ ਹਿੰਦ ਜ਼ਮੀਨ, ਤੇ ਖਾਲਸਾ ਜੀ ਸਭ ਤੋਂ ਵਧੀਆ ਤਰੀਕਾ ਇਨ੍ਹਾਂ ਰਾਜਨੀਤਿਕਾਂ ਦਾ ਹੁੰਦਾ ਹੈ ਕਿ ਜਦੋਂ ਹੋਰ ਕੋਈ ਬਹਾਨਾ ਨਾ ਲੱਭੇ ਤੇ ਧਰਮ ਦਾ ਮੁੱਦਾ ਬਣਾ ਕਰਕੇ ਧਰਮ ਦੇ ਨਾਮ ਤੇ ਲੜਾਈ ਛੇੜ ਦਿੰਦੇ ਨੇ। ਇਹ ਪੁਰਾਣੇ ਸਮੇਂ ਤੋਂ ਲੈ ਕਰਕੇ ਅੱਜ ਤੱਕ ਇਹੀ ਚੱਲਦਾ ਆਇਆ ਭਾਰਤ ਦੀ ਧਰਤੀ ਤੇ ਕਿ ਧਰਮ ਦੇ ਨਾਮ ਤੇ ਰਾਜਨੀਤੀ ਕੀਤੀ ਜਾਂਦੀ। ਕਹਿੰਦੇ ਜਦੋਂ ਬਹਾਦਰ ਸ਼ਾਹ ਦੀ ਪੋਤਰੇ ਨੇ ਫਰਖਸ਼ੀਰ ਨੇ ਪਹਿਲਾਂ ਗੱਲ ਨਾ ਸੁਣੀ ਤੇ ਹੁਣ ਚੁਗਲਖੋਰ ਆ ਕੇ ਕਹਿਣ ਲੱਗੇ ਕਿ ਬੰਦਾ ਸਿੰਘ ਬਹਾਦਰ ਨੇ ਐਲਾਨ ਕੀਤਾ ਕਿ ਮੈਂ ਇਸਲਾਮ ਮਜ਼ਹਬ ਖਤਮ ਕਰ ਦਿਆਂਗਾ। ਹਾਲਾਂਕਿ ਬੰਦਾ ਸਿੰਘ ਬਹਾਦਰ ਨੇ ਮਸਜਿਦਾਂ ਉੱਤੇ ਹਮਲਾ ਨਹੀਂ ਕੀਤਾ, ਨਾ ਹੀ ਇਸਲਾਮ ਮਤ ਦੇ ਪੈਰੋਕਾਰਾਂ ਤੇ ਹਮਲਾ ਕੀਤਾ। ਕੇਵਲ ਤੇ ਕੇਵਲ ਉਹਨਾਂ ਜਰਨੈਲਾਂ ਤੇ ਹਮਲਾ ਕੀਤਾ ਜਿਨ੍ਹਾਂ ਸਤਿਗੁਰੂ ਤੇ ਵਾਅਦੀ ਕੀਤੀ ਤੇ ਜਾਂ ਸਤਿਗੁਰੂ ਦੇ ਲਾਲਾਂ ਨੂੰ ਸ਼ਹੀਦ ਕੀਤਾ। ਪਰ ਕਹਿੰਦੇ ਫਰਖਸ਼ੀਰ ਦੇ ਕੰਨ ਭਰਨ ਵਾਸਤੇ ਚੁਗਲਖੋਰ ਕਹਿਣ ਲੱਗੇ ਕਿ ਬੰਦਾ ਸਿੰਘ ਬਹਾਦਰ ਨੇ ਐਲਾਨ ਕੀਤਾ ਕਿ ਇਸਲਾਮ ਮਜ਼ਹਬ ਨੂੰ ਖਤਮ ਕਰ ਦਿਆਂਗਾ, ਇਸ ਕਰਕੇ ਤੂੰ ਸਾਡੀ ਮਦਦ ਕਰ। ਚੋਪਈ ਸੋ ਅਬ ਖਬਰ ਬੰਦੇ ਕੀ ਆਈ, ਤੇ ਨਾਲ ਹੀ ਖਾਲਸਾ ਜੀ ਬੰਦਾ ਸਿੰਘ ਬਹਾਦਰ ਦੀ ਖਬਰ ਵੀ ਫਰਖਸ਼ੀਰ ਕੋਲ ਪਹੁੰਚ ਗਈ ਬੰਦਾ ਲੀਨੋ ਕੁੱਲੂ ਫੜਾਈ, ਕਿ ਬੰਦਾ ਸਿੰਘ ਬਹਾਦਰ ਨੂੰ ਤੇ ਕੁੱਲੂ ਦੇ ਵਿੱਚ ਕੈਦ ਕੀਤਾ ਗਿਆ ਸੀ। ਅਬ ਕਿਛ ਤੁਮ ਕੋ ਲਗੇ
ਲਗੇ ਨ ਦੋਸ਼। ਸੋ ਇਸ ਕਰਕੇ ਚੁਗਲਖੋਰ ਕਹਿਣ ਲੱਗੇ ਵੀ ਤੈਨੂੰ ਕੋਈ ਦੋਸ਼ ਨਹੀਂ ਲੱਗੇਗਾ, ਸਾਰਾ ਦੋਸ਼ ਕੁੱਲੂ ਦੇ ਰਾਜੇ ਕੋਲ ਆ ਜਾਵੇਗਾ, ਕਿਉਂਕਿ ਕੈਦ ਉਹਨੇ ਕੀਤਾ ਹੈ। ਖਾਲੀ ਮੁਲਕ ਪਰਿਓ ਨਿਰਜੋਸ਼। ਤੇ ਬੰਦਾ ਸਿੰਘ ਬਹਾਦਰ ਦੇ ਕੈਦ ਵਿੱਚ ਜਾਣ ਤੋਂ ਬਾਅਦ ਜਿਹੜਾ ਮੁਲਕ ਹੈ 22 ਸੂਬੇ ਨੇ ਭਾਰਤ ਦੇ, ਉਹ ਖਾਲੀ ਪਏ ਨੇ। ਇਸ ਕਰਕੇ ਉਹਨਾਂ 22 ਸੂਬਿਆਂ ਤੇ ਹੁਣ ਹਮਲਾ ਕਰਨ ਦਾ ਸਮਾਂ ਆ ਗਿਆ ਹੈ। ਦੋਹਰਾ ਕੁੱਲੂ ਫੜਿਓ ਬੰਦਾ ਸੁਣਿਓ, ਤੋ ਭਿਓ ਸ਼ਾਹ ਉਤਸ਼ਾਹ। ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਦੀ ਖਬਰ ਕੁੱਲੂ ਦੀ ਕਿ ਕੁੱਲੂ ਦੇ ਵਿੱਚ ਕੈਦ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ, ਇਹ ਪਤਾ ਲੱਗਾ ਤੇ ਜਿਹੜਾ ਫਰਕਸ਼ੀਅਰ ਸੀ ਉਹਨੂੰ ਚਾਅ ਚੜ ਗਿਆ, ਖੁਸ਼ੀ ਹੋ ਗਈ। ਤੋਰੀ ਫੌਜ ਮੁਲਕ ਲੈਣ ਕੋ ਲੱਗੋ ਚੁਗਲਨ ਸਲਾਹੇ। ਜਿਹੜੇ ਚੁਗਲਖੋਰ ਸੀ ਉਹਨਾਂ ਦੀ ਸਲਾਹ ਮੰਨ ਕੇ ਫਰਕਸ਼ੀਅਰ ਨੇ ਕਹਿੰਦੇ ਫੌਜਾਂ ਭੇਜ ਦਿੱਤੀਆਂ ਕਿ ਜਾ ਕਰਕੇ ਮੁਲਕਾਂ ਤੇ ਕਬਜ਼ਾ ਕਰ ਲਓ। ਚੌਪਈ ਬਾਤ ਜਗਤ ਵੀ ਜੋ ਉੱਡ ਗਈ। ਕਹਿੰਦੇ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਦਾ ਬੋਲ ਬਾਲਾ ਹੋ ਗਿਆ ਕਰਾਮਾਤ ਦੂਰ ਬੰਦਿਓ ਭਈ। ਕਿ ਜੋ ਬੰਦਾ ਸਿੰਘ ਬਹਾਦਰ ਕੋਲ ਕਰਾਮਾਤ ਸੀ, ਤਾਕਤ ਸੀ, ਉਹ ਕਰਾਮਾਤ ਹੁਣ ਖਤਮ ਹੋ ਗਈ ਹੈ। ਬਹੁਤ ਸਿੱਧ ਥੇ ਪਰਬਤ ਮਾਹੇ। ਲੋਕਾਂ ਨੇ ਇਹ ਗੱਲਾਂ ਪ੍ਰਚਲਿਤ ਕਰ ਦਿੱਤੀਆਂ ਵੀ ਪਹਾੜਾਂ ਤੇ ਬਹੁਤ ਸਿੱਧ ਰਹਿੰਦੇ ਸੀ, ਬਹੁਤ ਸਿੱਧ ਪੁਰਸ਼ ਰਹਿੰਦੇ ਸੀ ਜਿਨ੍ਹਾਂ ਨਾਲ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਹੋਈ। ਉਹਨੇ ਸਿੱਧੀ ਛੋਡੀ ਨਾ ਹੈ। ਉਹਨਾਂ ਨੇ ਹੀ ਬੰਦਾ ਸਿੰਘ ਬਹਾਦਰ ਦੀ ਤਾਕਤ ਖੋ ਲਈ ਹੈ। ਭਾਵ ਜਦੋਂ ਚੁਗਲਖੋਰਾਂ ਨੇ ਚੁਗਲੀ ਲਾਣੀ ਹੋਵੇ, ਉਹਨਾਂ ਨੇ ਤੇ ਨਾ ਸਮਝੇ ਬਿਨਾਂ ਸੋਚੇ ਸਮਝੇ ਹੀ ਖਾਲਸਾ ਜੀ ਬੋਲਣਾ ਹੁੰਦਾ। ਸੋ ਇਸ ਤਰ੍ਹਾਂ ਦੇ ਬਚਨ ਬੰਦਾ ਸਿੰਘ ਬਹਾਦਰ ਬਾਰੇ ਉਸ ਵਕਤ ਇਸ ਤਰ੍ਹਾਂ ਦੀਆਂ ਗੱਲਾਂ ਉਡਾਈਆਂ ਗਈਆਂ। ਔਰ ਤਰਿਆ ਬੰਦੇ ਕਈ ਚਾਰ। ਇਹ ਵੀ ਕਹਿ ਦਿੱਤਾ ਕਿ ਬੰਦਾ ਸਿੰਘ ਬਹਾਦਰ ਨੇ ਵਿਆਹ ਵੀ ਬਹੁਤ ਕਰਾ ਲਏ ਨੇ। ਇਤ ਕਰ ਜਤੋ ਬੰਦਾ ਗਿਓ ਹਾਰ। ਇਸ ਕਰਕੇ ਹੁਣ ਬੰਦਾ ਸਿੰਘ ਬਹਾਦਰ ਕੋਲ ਤਾਕਤ ਨਹੀਂ ਰਹੀ ਤੇ ਆਪਾਂ ਜਲਦੀ ਕਰਕੇ ਹਮਲਾ ਕਰ ਦਈਏ। ਵੀਰ ਹੁਤੇ ਤੋ ਸੋ ਨਠ ਗਏ। ਜੋ ਬੰਦਾ ਸਿੰਘ ਬਹਾਦਰ ਦੇ ਵੀਰ ਸਨ ਉਹ ਵੀ ਛੱਡ ਕੇ ਚਲੇ ਗਏ ਨੇ। ਬੰਦਾ ਕੈਦ ਸੋ ਜਾਤੇ ਪਏ। ਇਸ ਕਰਕੇ ਹੀ ਬੰਦਾ ਸਿੰਘ ਬਹਾਦਰ ਕੈਦ ਵਿੱਚ ਆਇਆ, ਕਿਉਂਕਿ ਹੁਣ ਉਹਦੇ ਵਿੱਚ ਤਾਕਤ ਨਹੀਂ ਰਹੀ। ਦੂਰ ਪੇ ਹੋਇਓ ਬੰਦੇ ਖੋਫ। ਸੋ ਇਸ ਤਰ੍ਹਾਂ ਜਦੋਂ ਗੱਲਾਂ ਉੱਡ ਗਈਆਂ, ਜਿਨ੍ਹਾਂ ਦੇ ਮਨਾਂ ਵਿੱਚ ਬੰਦਾ ਸਿੰਘ ਬਹਾਦਰ ਦਾ ਖੋਫ ਸੀ, ਡਰ ਸੀ, ਕਹਿੰਦੇ ਉਹਨਾਂ ਦੇ ਮਨਾਂ ਵਿੱਚੋਂ ਕਿਤੇ ਨਾ ਕਿਤੇ ਉਹ ਡਰ ਦੂਰ ਹੋਣ ਲੱਗ ਪਿਆ। ਪਿਓ ਸਿੱਖਣ ਕੋ ਇਹ ਅਫਸੋਸ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦੇ ਉੱਤੇ ਦੁਬਾਰਾ ਤੋਂ ਫਿਰ ਵਾਧੀ ਕਰਨ ਲੱਗ ਪਏ। ਯੋ ਚਲ ਬਾਦਸ਼ਾਹ ਲੋ ਆਈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਨਿਤ ਚੱਲਣ ਲੱਗ ਪਈਆਂ। ਫੌਜਦਾਰਨ ਸ਼ਾਹ ਆਗਿਆ ਦਈ। ਤੇ ਫੌਜਦਾਰਾਂ ਨੂੰ, ਜਰਨੈਲਾਂ ਨੂੰ ਫਰਕਸ਼ੀਅਰ ਨੇ, ਬਾਦਸ਼ਾਹ ਨੇ ਹੁਕਮ ਦੇ ਦਿੱਤਾ। ਸ਼ਮਸ਼ ਬਜੀਦਾ ਜਾਲੀ ਦੀਨ। ਇੱਕ ਸ਼ਮਸ਼ ਖਾਂ, ਬਜੀਦ ਖਾਂ ਤੇ ਜਾਲੀ ਦੀਨ ਖਾਂ, ਇਹ ਤਿੰਨ ਮੰਨੇ ਜਰਨੈਲ, ਇਹਨਾਂ ਨੂੰ ਹੁਕਮ ਦੇ ਦਿੱਤਾ। ਉਤੇ ਕਸੂਰੀ ਪਠਾਨ ਸੋ ਤੀਨ। ਇਹ ਕਸੂਰ ਦੇਸ਼ ਦੇ ਰਹਿਣ ਵਾਲੇ ਤਿੰਨ ਪਠਾਨ ਸਨ, ਇਹਨਾਂ ਨੂੰ ਲੁੱਟਣ ਦਾ ਹੁਕਮ ਦਿੱਤਾ। ਕਰੀ ਫੌਜਦਾਰਨ ਤਿੰਨਨ ਢਾਈ। ਤੇ ਇਹਨਾਂ ਤਿੰਨਾਂ ਜਰਨੈਲਾਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜਾਂ ਵੀ ਦੇ ਦਿੱਤੀਆਂ। ਸਿੰਘਨ ਸੋਜਾ ਕਰੀ ਲੜਾਈ। ਹੁਕਮ ਦਿੱਤਾ ਕਿ ਜਿੱਥੇ ਵੀ ਗੁਰੂ ਕਾ ਸਿੰਘ ਨਜ਼ਰ ਆ ਜਾਵੇ, ਬਿਨਾਂ ਕਿਸੇ ਮੁਕੱਦਮੇ ਤੋਂ ਜਾ ਕਰਕੇ ਜੰਗ ਸ਼ੁਰੂ ਕਰ ਦਿਓ। ਲੋ ਗੜੀ ਬਾਜ ਸਿੰਘ ਅੜਾ ਤੈ ਪੜਾ ਸ਼ਮਸ਼ ਖਾਂ ਧਾਏ। ਕਹਿੰਦੇ ਲੋ ਗੜੀ ਦੇ ਵਿੱਚ ਬਾਜ ਸਿੰਘ ਨੇ ਡੇਰਾ ਕੀਤਾ ਹੋਇਆ ਸੀ। ਬਾਜ ਸਿੰਘ ਨੂੰ ਘੇਰਾ ਪਾਉਣ ਵਾਸਤੇ ਸ਼ਮਸ਼ ਖਾਂ ਲੋਹਗੜ੍ਹ ਦੇ ਉੱਤੇ ਧਾਵਾ ਬੋਲਦਾ ਹੈ। ਤਿੰਨ ਮੈਂ ਯਾਕੀ ਲੱਗ ਰਹਾ ਨਿਤ ਪ੍ਰਤ ਯੁੱਧ ਮਚਾਏ। ਸੋ ਖਾਲਸਾ ਜੀ ਨਿਤਾ ਪ੍ਰਤ ਜੰਗ ਸ਼ੁਰੂ ਹੋ ਗਈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਬਾਰਾ ਫਿਰ ਗੁਰੂ ਕੇ ਸਿੰਘਾਂ ਨੂੰ ਮਾਰ ਮੁਕਾਇਆ ਜਾਵੇ। ਅੱਜ ਵੀ ਲੋਹਗੜ੍ਹ ਜਿਹੜੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਦੀ ਰਾਜਧਾਨੀ ਬਣਾਈ, ਇੱਥੇ ਖਾਲਸਾ ਜੀ ਸਿੱਕੇ ਵੀ ਜਾਰੀ ਹੋਏ। ਸਿੱਕਾ ਜ਼ਦਬਰ ਹਰਦੋ ਆਲਮ ਫਜ਼ਲ ਸੱਚੇ ਸਾਹਿਬਸਤ, ਉਹ ਕਿਲੇ ਦੀਆਂ ਨਿਸ਼ਾਨੀਆਂ ਅੱਜ ਵੀ ਯਮੁਨਾ ਨਗਰ ਤੋਂ ਅਗਾਂਹ ਜਾ ਕਰਕੇ ਜਿੱਥੇ ਪਹਾੜੀਆਂ ਨਿੱਕੀਆਂ ਜੀਆਂ ਸ਼ੁਰੂ ਹੁੰਦੀਆਂ, ਉੱਥੇ ਅੱਜ ਵੀ ਕਿਤੇ ਉੱਤੇ ਜਾ ਕੇ ਨਿਸ਼ਾਨੀਆਂ ਮਿਲਦੀਆਂ, ਕਿਲੇ ਦੀਆਂ ਨੀਹਾਂ ਮਿਲ ਜਾਂਦੀਆਂ ਨੇ। ਤੇ ਉੱਥੇ ਅੱਜ ਵੀ ਪਹਾੜ ਦੀ ਚੋਟੀ ਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ। ਉੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਵੀ ਸਥਾਨ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੁਣ ਸਾਈਡ ਤੇ ਇੱਕ ਯਾਦਗਾਰੀ ਅਸਥਾਨ ਬਣਵਾਇਆ ਜਾ ਰਿਹਾ।
ਸੋ ਇਸ ਤਰ੍ਹਾਂ ਕਹਿੰਦੇ ਉੱਥੇ ਭਾਈ ਬਾਜ ਸਿੰਘ ਜੀ ਨੇ ਡੇਰਾ ਕੀਤਾ ਹੋਇਆ ਸੀ। ਉਸ ਥਾਂ ਤੇ ਜਾ ਕੇ ਸ਼ਮਸ਼ ਖਾਨ ਨੇ ਫੌਜਾਂ ਦੇ ਨਾਲ ਘੇਰਾ ਪਾ ਲਿਆ ਚੌਪਈ ਵਜੀਦਾ ਪੜਿਓ ਪਠਾਨਕੋਟ ਲਾਗ। ਤੇ ਵਜੀਦ ਖਾਨ ਸੀ ਜਿਹੜਾ, ਇਹਨੇ ਕਹਿੰਦੇ ਨੇ ਪਠਾਨਕੋਟ ਵੱਲ ਧਾਵਾ ਬੋਲ ਦਿੱਤਾ। ਜਾਲੀ ਦੀਨ ਪਰਿਓ ਹਿੱਠਲ ਬਾਗ। ਤੇ ਜਿਹੜਾ ਜਾਲੀ ਦੀਨ ਸੀ ਕਹਿੰਦੇ ਨੇ ਇਹਨੇ ਸਾਰਾ ਦੁਆਬੇ ਦਾ ਇਲਾਕਾ ਘੇਰ ਲਿਆ। ਇਹਨੇ ਕਹਿੰਦੇ ਨੇ ਹੇਠਲੇ ਜਿੰਨੇ ਵੀ ਇਲਾਕੇ ਸੀ, ਜਲੰਧਰ ਦਾ, ਹੁਸ਼ਿਆਰਪੁਰ ਦਾ, ਕਹਿੰਦੇ ਨੇ ਇਹਨੇ ਇਸ ਇਲਾਕਿਆਂ ਨੂੰ ਜਾ ਕਰਕੇ ਘੇਰਾ ਪਾ ਲਿਆ। ਹੋਤੀ ਤੀਨਨ ਕੀ ਇੱਕ ਸਲਾਹ ਹੈ। ਭਾਵੇਂ ਗਏ ਖਿੱਲਰ ਕੇ ਸਾਰੇ, ਤਿੰਨੇ ਵੱਖੋ ਵੱਖਰੇ ਇਲਾਕਿਆਂ ਵਿੱਚ ਗਏ, ਪਰ ਤਿੰਨੇ ਪਠਾਨਾਂ ਦੇ ਜਰਨੈਲਾਂ ਦੀ ਸਲਾਹ ਇੱਕੋ ਹੀ ਸੀ। ਮੁਲਕ ਲੁੱਟਿਓ ਲਿਓ ਯੁਗਰਾਹੇ। ਤਿੰਨਾਂ ਦੀ ਸਲਾਹ ਸੀ ਵੀ ਜਿੰਨਾ ਵੀ ਮੁਲਕ ਹੈ 22 ਸੂਬੇ ਨੇ, ਉਹਨਾਂ ਨੂੰ ਲੁੱਟ ਕਰਕੇ, ਲੋਕਾਂ ਦੀ ਮਾਇਆ ਲੁੱਟ ਕਰਕੇ ਆਪਣੇ ਘਰ ਭਰ ਲਈਏ। ਰਹਿਤ ਜਹਾਂ ਤੇ ਥੋੜੇ ਸਿੱਖ। ਤੇ ਜਿੱਥੇ ਕਹਿੰਦੇ ਨੇ ਸਿੱਖਾਂ ਦੇ ਥੋੜੇ ਘਰ ਹੁੰਦੇ ਸਨ, ਨਿਕਲ ਗਏ ਵੈ ਬਹੁ ਫੌਜ ਪਿੱਖ। ਇਹ ਉਹਨਾਂ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਜਾ ਕਰਕੇ ਹਮਲਾ ਕਰਦੇ ਸਨ ਕਿ ਇੱਥੇ ਸਿੱਖਾਂ ਦੀ ਗਿਣਤੀ ਘੱਟ ਹੈ, ਇੱਥੇ ਹਮਲਾ ਕਰਨਾ ਆਸਾਨ ਹੋਵੇਗਾ, ਸਿੱਖ ਬਹੁਤ ਸੁਖੈਲੇ ਢੰਗ ਨਾਲ ਮਾਰ ਮੁਕਾਏ ਜਾਣਗੇ। ਸੋ ਕਹਿੰਦੇ ਜਦੋਂ ਇਹਨਾਂ ਨੇ ਹਮਲਾ ਕੀਤਾ, ਸਿੰਘਾਂ ਦਾ ਸੰਘਰਸ਼ ਦੁਬਾਰਾ ਸ਼ੁਰੂ ਹੋ ਗਿਆ। ਗੁਰੂ ਕੇ ਸਿੱਖ ਘਰਾਂ ਨੂੰ ਛੱਡ ਕੇ ਦੁਬਾਰਾ ਫਿਰ ਜੰਗਲਾਂ ਵਿੱਚ ਰਾਤਾਂ ਕੱਟਦੇ ਨੇ। ਸਿੰਘਨ ਪੀ ਸੁਨਿਓ ਤੋਂ ਫੜਿਆ। ਕਹਿੰਦੇ ਨੇ ਜਦੋਂ ਗੁਰੂ ਕਿਆਂ ਸਿੰਘਾਂ ਨੂੰ ਖਬਰ ਹੋ ਗਈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੋਈ ਸੀ, ਇਮ ਕਰ ਔਰ ਕੋ ਨਹਿ ਅੜਿਆ। ਇਸ ਕਰਕੇ ਕਹਿੰਦੇ ਨੇ ਫਿਰ ਗੁਰੂ ਕੇ ਸਿੰਘਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਇਹ ਜਦੋਂ ਗੱਲ ਪ੍ਰਚਲਿਤ ਹੋ ਗਈ ਤੇ ਕਹਿੰਦੇ ਤੁਰਕਾਂ ਦੇ ਨਾਲ, ਮੁਗਲ ਹਕੂਮਤਾਂ ਦੀ ਫੌਜਾਂ ਦੇ ਨਾਲ ਅੜਨ ਤੋਂ ਕਿਤੇ ਨਾ ਕਿਤੇ ਪਿੱਛੇ ਹੋਣ ਲੱਗ ਪਏ। ਬਾਜ ਸਿੰਘ ਦਿਲ ਇਤਨੀ ਆਈ। ਪਰ ਕਹਿੰਦੇ ਨੇ ਜਿਹੜੇ ਭਾਈ ਸਾਹਿਬ, ਭਾਈ ਬਾਜ ਸਿੰਘ ਜੀ ਸਨ, ਬੜੇ ਸੂਰਮੇ ਸਨ, ਗੁਰੂ ਨਾਨਕ ਸਾਹਿਬ ਦੇ ਘਰ ਤੇ ਅਥਾਹ ਭਰੋਸਾ ਸੀ। ਉਹਨਾਂ ਦੇ ਦਿਲ ਦੇ ਵਿੱਚ ਇੱਕ ਵਿਚਾਰ ਆਈ, ਮੈਂ ਨਠ ਜਾਉਂ ਤੋ ਗੀਦੀ ਸਦਾਈ। ਕਹਿਣ ਲੱਗੇ ਮੈਂ ਗੁਰੂ ਕਾ ਸਿੰਘ ਹਾਂ, ਖੰਡੇ ਦੀ ਪੋਲ ਲਈ ਹੈ, ਤੇ ਜੇ ਮੈਂ ਮੁਗਲਾਂ ਤੋਂ ਡਰ ਕੇ ਭੱਜ ਗਿਆ ਤੇ ਇਹ ਕੋਈ ਬਹਾਦਰੀ ਵਾਲਾ ਕੰਮ ਨਹੀਂ ਹੋਵੇਗਾ। ਜਾਏ ਬੰਦਾ ਕਿਆ ਮੁਖ ਦਿਖਾਉਂ। ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਾਂ ਸਿੱਖਾਂ ਨਾਲ ਮੁਲਾਕਾਤ ਹੋਈ ਤੇ ਮੈਂ ਭੱਜ ਕੇ ਚਲਿਆ ਗਿਆ ਤੇ ਮੈਂ ਕੀ ਮੂੰਹ ਜਾ ਕੇ ਵਿਖਾਵਾਂਗਾ। ਸਭਾ ਸੂਰਨ ਕਬ ਬੈਠਣ ਪਾਉ। ਤੇ ਸੂਰਬੀਰਾਂ ਦੀ, ਸੂਰਮਿਆਂ ਦੀ ਸਭਾ ਦੇ ਵਿੱਚ ਮੈਂ ਕਿਵੇਂ ਬੈਠਾਂਗਾ, ਕਿਸ ਤਰ੍ਹਾਂ ਉਹਨਾਂ ਦਾ ਸਾਹਮਣਾ ਕਰਾਂਗਾ। ਸਿੰਘ ਬਾਜਿਓ ਖਾਸ਼ਮ ਸੋ। ਸੋ ਖਾਲਸਾ ਜੀ ਇਸ ਤਰ੍ਹਾਂ ਭਾਈ ਬਾਜ ਸਿੰਘ ਜੀ ਨੇ ਇਹ ਵਿਚਾਰ ਧਾਰ ਲਈ ਕਿ ਹੁਣ ਇਹਨਾਂ ਦਾ ਮੁਕਾਬਲਾ ਕਰਾਂਗਾ। ਮੁਕਾਬਲਾ ਕਰਦੇ ਕਰਦੇ ਭਾਵੇਂ ਮਰ ਵੀ ਜਾਵਾਂ ਪਰ ਇਹਨਾਂ ਦੇ ਡਰ ਤੋਂ ਭੱਜਾਂਗਾ ਨਹੀਂ। ਇਹ ਫਸ ਗਏ ਸੋ ਇੱਕ ਥਾਂ ਦੋ। ਸੋ ਖਾਲਸਾ ਜੀ ਇਸ ਤਰ੍ਹਾਂ ਕਹਿੰਦੇ ਨੇ ਇੱਕ ਥਾਂ ਦੇ ਉੱਤੇ ਭਾਈ ਸਾਹਿਬ ਭਾਈ ਬਾਜ ਸਿੰਘ ਜੀ ਤੇ ਭਾਈ ਬਾਜ ਸਿੰਘ ਜੀ ਨੂੰ ਖਾਲਸਾ ਜੀ ਸ਼ਮਸ਼ ਖਾਨ ਨੇ ਘੇਰਾ ਪਾਇਆ ਹੋਇਆ ਹੈ। ਇਸ ਤਰ੍ਹਾਂ ਘੇਰੇ ਦੇ ਵਿੱਚ ਭਾਈ ਬਾਜ ਸਿੰਘ ਜੀ ਅੜੇ ਹੋਏ ਨੇ। ਜਾਲੀ ਦੀਨ ਬਹੁ ਖੁਸ਼ੀਆਂ ਕਰੇ। ਪਰ ਉਧਰੋਂ ਜਿਹੜਾ ਜਾਲੀ ਦੀਨ ਪਠਾਨ ਸੀ ਉਹ ਮੁਲਕਾਂ ਨੂੰ ਲੁੱਟ ਰਿਹਾ ਸੀ, ਲੋਕਾਂ ਦੀ ਮਾਇਆ ਨੂੰ ਲੁੱਟ ਰਿਹਾ ਸੀ। ਉਹ ਆਪਣੇ ਮਨ ਵਿੱਚ ਬੜਾ ਖੁਸ਼ੀ ਮਹਿਸੂਸ ਕਰ ਰਿਹਾ ਸੀ। ਲੁੱਟੇ ਕੁੱਟੇ ਮੁਲਕ ਦੁਆਬੋ ਉਗਰੇ। ਦੁਆਬੇ ਦਾ ਜਿੰਨਾ ਵੀ ਇਲਾਕਾ ਸੀ ਕਹਿੰਦੇ ਜਾਲੀ ਦੀਨ ਖਾਨ ਨੇ ਸਾਰਾ ਇਲਾਕਾ ਲੁੱਟ ਲਿਆ ਸੀ। ਦੋਹਰਾ ਭਿਓ ਗੁਮਰਾਹਾ ਬਹੁ ਫੌਜ ਸੋ ਕਹਿ ਸਿੰਘ ਅਬ ਨਦਰੀ ਪਾਏ। ਸੋ ਇਸ ਤਰ੍ਹਾਂ ਕਹਿੰਦੇ ਨੇ ਕਿ ਬੜੇ ਗੁੰਮਰਾਹ ਹੋ ਗਏ ਕਿ ਸਿੰਘ ਤਾਂ ਹੁਣ ਨਜ਼ਰ ਨਹੀਂ ਆਉਂਦੇ, ਸਿੰਘ ਜਿਹੜੇ ਨੇ ਕਿ ਖਤਮ ਹੋ ਜਾਣਗੇ। ਇਸ ਤਰ੍ਹਾਂ ਲੋਕਾਂ ਦੀ ਮਾਇਆ ਲੁੱਟਣ ਲੱਗ ਪਏ। ਪਰ ਖਾਲਸਾ ਜੀ ਭੁਲੇਖਾ ਸੀ ਮਨ ਦੇ ਵਿੱਚ, ਗੁਰੂ ਕਾ ਖਾਲਸਾ ਤੇ ਕਦੇ ਮੁੱਕ ਨਹੀਂ ਸਕਦਾ, ਕਿਉਂਕਿ ਪੰਥ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਹੋਇਆ ਹੈ। ਮਾਮੋ ਸਸੇ ਸ਼ਿਕਾਰ ਜਿਮ ਸੋ ਸ਼ਰਨਨੀ ਬੰਡੇ ਖੁਦਾਏ। ਸੋ ਖਾਲਸਾ ਜੀ ਇਸ ਤਰ੍ਹਾਂ ਕਹਿੰਦੇ ਨੇ ਸ਼ਿਕਾਰ ਕਰਦੇ ਨੇ ਲੋਕਾਂ ਦਾ, ਆਮ ਮਜ਼ਲੂਮਾਂ ਦਾ, ਤੇ ਉਹਨਾਂ ਉੱਤੇ ਅਤਿਆਚਾਰ ਕਰਕੇ ਉਹਨਾਂ ਦੀ ਮਾਇਆ ਲੁੱਟ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ। ਚੌਪਈ ਫੌਜ ਚਪੇਰੇ ਦਈ ਖੰਡਾਏ। ਕਹਿੰਦੇ ਜਾਲੀ ਦੀਨ ਖਾਨ ਨੇ ਪੰਜਾਬ ਦੇ ਵਿੱਚ ਆਪਣੀ ਫੌਜ ਨੂੰ ਚਾਰੇ ਚੁਫੇਰੇ ਹੀ ਖਿਲਾਰ ਦਿੱਤਾ ਸੀ। ਲਾਲਚ ਪੈਸੇ ਲੱਗਿਓ ਵਾਏ। ਕਿਉਂਕਿ ਮਾਇਆ ਦੇ ਲਾਲਚ ਵਿੱਚ ਇਹ ਜਾਲੀ ਦੀਨ ਪਠਾਨ ਬਹੁਤ ਅੰਨਾ ਹੋ ਚੁੱਕਿਆ ਸੀ। ਬੇਗਮ ਹੋਏ ਆਪ ਬਹਿਰੇ ਡੇਰੇ। ਤੇ ਕਹਿੰਦੇ ਨੇ ਇੱਕ ਵਕਤ ਆਇਆ ਕਿ ਜਦੋਂ ਬੰਦਾ ਹੰਕਾਰਿਆ ਜਾਂਦਾ ਹੈ ਨਾ, ਤੇ ਹੰਕਾਰ ਦੇ ਵਿੱਚ ਬੰਦੇ ਦੀ ਮੱਤ ਵੀ ਮਾਰੀ ਜਾਂਦੀ ਹੈ।
ਕਹਿੰਦੇ ਜਾਲੀ ਦੀਨ ਨੂੰ ਹੰਕਾਰ ਹੋ ਗਿਆ ਵੀ ਸਿੰਘ ਤੇ ਖਤਮ ਹੋ ਗਏ, ਤੇ ਕਹਿੰਦੇ ਨੇ ਬੇਫਿਕਰਾ ਜਾ ਹੋ ਕਰਕੇ ਆਪਣੇ ਡੇਰੇ ਵਿੱਚ ਬੈਠ ਗਿਆ। ਕਹੇ ਸਿੰਘ ਸਭ ਸੰਮਨ ਖਾ ਘੇਰੇ, ਤੇ ਇਸ ਤਰ੍ਹਾਂ ਇਹਨੇ ਸੋਚਿਆ ਵੀ ਹੁਣ ਡਰਨ ਦੀ ਲੋੜ ਨਹੀਂ, ਕਿਉਂਕਿ ਸ਼ਮਸ਼ ਖਾਂ ਨੇ ਸਾਰੇ ਸਿੰਘਾਂ ਨੂੰ ਘੇਰਾ ਪਾਇਆ ਹੋਇਆ ਹੈ, ਤੇ ਇਸ ਕਰਕੇ ਮੈਨੂੰ ਕੋਈ ਵੀ ਖਤਰਾ ਨਹੀਂ। ਬਾਜ ਸਿੰਘ ਨੇ ਸਭ ਸੁਣ ਪਈ, ਪਰ ਕਹਿੰਦੇ ਭਾਈ ਬਾਜ ਸਿੰਘ ਨੂੰ ਬਹੁਤ ਰੜਕ ਰਿਹਾ ਸੀ ਇਹ ਪਠਾਨ। ਤੇ ਜਦੋਂ ਭਾਈ ਬਾਜ ਸਿੰਘ ਜੀ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਇਹ ਜਿਹੜਾ ਜਾਲੀ ਦੀਨ ਹੈ ਸਾਰੇ ਪੰਜਾਬ ਨੂੰ ਲੁੱਟ ਰਿਹਾ ਹੈ, ਸੋ ਚਾਹਤ ਉਸ ਪਰ ਕਰੋ ਧਾਈ। ਉਹ ਚਾਹੁੰਦੇ ਨੇ ਕਿ ਹੁਣ ਬਿਨਾਂ ਕਿਸੇ ਦੇਰੀ ਤੋਂ ਜਾਲੀ ਦੀਨ ਖਾਂ ਦੇ ਉੱਤੇ ਧਾਵਾ ਬੋਲ ਦਿੱਤਾ ਜਾਵੇ। ਬਾਜ ਸਿੰਘ ਜਬ ਉਦਮ ਕਰਾ, ਤੇ ਭਾਈ ਸਾਹਿਬ ਭਾਈ ਬਾਜ ਸਿੰਘ ਨੇ ਜਾਲੀ ਦੀਨ ਦਾ ਸੌਦਾ ਲਾਉਣ ਵਾਸਤੇ ਫਿਰ ਉਦਮ ਕੀਤਾ। ਲੋ ਗੜੀ ਛੱਡ ਉਸ ਵੱਲ ਤੁਰਾ, ਲੋ ਗੜੀ ਛੱਡ ਕਰਕੇ ਭਾਈ ਬਾਜ ਸਿੰਘ ਜਾਲੀ ਦੀਨ ਵੱਲ ਤੁਰੇ। ਤਉ ਰਾਤ ਕੋ ਕੀਨੀ ਧਾਈ, ਕਹਿੰਦੇ ਅੱਧੀ ਰਾਤ ਨੂੰ ਭਾਈ ਬਾਜ ਸਿੰਘ ਜੀ ਨੇ ਜਾਲੀ ਦੀਨ ਖਾਂ ਉੱਤੇ ਧਾਵਾ ਬੋਲ ਦਿੱਤਾ। ਸਿਖਰ ਦੁਪਹਿਰੋਂ ਪਹੁੰਚਿਓ ਜਾਈ, ਪਰ ਕਹਿੰਦੇ ਖਾਲਸਾ ਜੀ ਅੱਧੀ ਰਾਤ ਨੂੰ ਤੁਰੇ ਭਾਈ ਬਾਜ ਸਿੰਘ ਜੀ ਲੋਹਗੜ੍ਹ ਤੋਂ, ਤੇ ਸਿਖਰ ਦੁਪਹਿਰ ਹੋ ਗਈ ਜਾਲੀ ਦੀਨ ਖਾਂ ਦੇ ਡੇਰੇ ਕੋਲ ਪਹੁੰਚਦੇ ਅਚਾਨਚਕ ਤਿਸ ਪਰ ਜਾ ਪੜਾ, ਤੇ ਕਹਿੰਦੇ ਨੇ ਅਚਾਨਕ ਹੀ ਵੇਖਦੇ ਭਾਈ ਬਾਜ ਸਿੰਘ ਨੇ ਜਾ ਕੇ ਹਮਲਾ ਕਰ ਦਿੱਤਾ। ਮਾਰ ਲਿਓ ਵੈ ਡੇਰੇ ਖੜਾ, ਕਹਿੰਦੇ ਆਪਣੇ ਡੇਰੇ ਵਿੱਚ ਲੁਕ ਕੇ ਬੈਠਾ ਹੋਇਆ ਸੀ ਜਾਲੀ ਦੀਨ ਪਠਾਨ, ਤੇ ਭਾਈ ਬਾਜ ਸਿੰਘ ਨੇ ਜਾਂਦਿਆਂ ਹੀ ਉਸ ਨੂੰ ਮਾਰ ਮੁਕਾਇਆ। ਦੋਰਾ ਬਾਜ ਸਿੰਘ ਪਿਓ ਬਾਜ ਜਿਉ, ਲਿਓ ਜਾਲੀ ਬਟੇਰੋ ਦੱਬ। ਕਹਿੰਦੇ ਜਿਨੇ ਅਸਮਾਨ ਦੇ ਵਿੱਚੋਂ ਅਚਾਨਕ ਹੀ ਬਾਜ ਉੱਡ ਕੇ ਆਉਂਦਾ ਤੇ ਬਟੇਰਿਆਂ ਨੂੰ ਝਪੱਟਾ ਮਾਰ ਕੇ ਲੈ ਜਾਂਦਾ ਤੇ ਮਾਰ ਦਿੰਦਾ। ਕਹਿੰਦੇ ਇਸੇ ਤਰ੍ਹਾਂ ਪਤਾ ਨਹੀਂ ਲੱਗਾ ਕਿ ਕਿਸ ਵਕਤ ਭਾਈ ਬਾਜ ਸਿੰਘ ਨੇ ਘੋੜੇ ਤੋਂ ਛਲਾਂਗ ਮਾਰ ਕਰਕੇ ਤੇ ਕਹਿੰਦੇ ਇੱਕ ਬਾਜ ਦੀ ਤਰ੍ਹਾਂ ਜਾਲੀ ਦੀਨ ਨੂੰ ਇਸ ਤਰ੍ਹਾਂ ਪਕੜਿਆ ਜਿਵੇਂ ਬਾਜ ਨੇ ਬਟੇਰੇ ਨੂੰ ਪਕੜਿਆ ਹੁੰਦਾ ਹੈ। ਸਿੰਘਨ ਮਾਰਤ ਸੋ ਮੁਇਓ, ਦੇਖੋ ਰੱਬ ਸਬਬ। ਕਹਿੰਦੇ ਵੇਖੋ ਰੱਬ ਦੀ ਖੇਡ, ਪਰਮਾਤਮਾ ਦੀ ਖੇਡ। ਜਿਹੜਾ ਸੋਚ ਰਿਹਾ ਸੀ ਸਿੰਘ ਮਰ ਗਏ ਨੇ, ਸਿੰਘ ਖਤਮ ਹੋ ਗਏ ਨੇ, ਕਹਿੰਦੇ ਨੇ ਰੱਬ ਦੀ ਐਸੀ ਖੇਡ ਵਰਤੀ ਕਿ ਸੋਚਦੇ ਸਿੰਘਾਂ ਦੇ ਮੌਤ ਦੀਆਂ ਖੁਸ਼ੀਆਂ ਮਨਾਉਂਦਾ ਖੁਦ ਹੀ ਮਰ ਗਿਆ। ਚੋਪਈ ਜੇ ਜਨ ਸੁਨਾ ਜਲਾਲੀ ਦੀਨ ਮਾਰਾ, ਤੇ ਕਹਿੰਦੇ ਨੇ ਜਿਹੜੀ ਫੌਜ ਖਿਲਾਰੀ ਹੋਈ ਸੀ ਲੋਕਾਂ ਨੂੰ ਲੁੱਟਣ ਵਾਸਤੇ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਾਲੀ ਦੀਨ ਖਾਂ ਮਾਰਿਆ ਗਿਆ ਹੈ, ਸੋ ਨੱਠ ਚੱਲਿਓ ਨਾ ਆਪ ਸੰਭਾਰਾ। ਤੇ ਕਹਿੰਦੇ ਉਹ ਵੀ ਦੁਆਬੇ ਦੇ ਇਲਾਕੇ ਨੂੰ ਛੱਡ ਕਰਕੇ ਘਰਾਂ ਨੂੰ ਭੱਜਣ ਲੱਗੇ। ਉਪ ਬਿਨਾ ਕੋ ਕਰੇ ਲੜਾਈ, ਕਿਉਂਕਿ ਜਦੋਂ ਉਹਨਾਂ ਦਾ ਜਰਨੈਲ ਹੀ ਮਾਰਿਆ ਗਿਆ, ਤੇ ਜਦੋਂ ਜਰਨੈਲ ਮਾਰਿਆ ਗਿਆ ਹੋਵੇ ਤੇ ਫੌਜਾਂ ਦੇ ਵਿੱਚ ਲੜਨ ਦੀ ਤਾਕਤ ਨਹੀਂ ਹੁੰਦੀ। ਇਮ ਕਰ ਸਭ ਹਨ ਨੱਠਣ ਤਕਾਈ, ਆਪਣੇ ਜਰਨੈਲ ਦੀ ਮੌਤ ਦੀ ਖਬਰ ਸੁਣ ਕੇ ਸਾਰੇ ਹੀ ਸਿਪਾਹੀ ਘਰਾਂ ਨੂੰ ਭੱਜਣ ਲੱਗੇ। ਕਹਿ ਅਸਮਾਨੋ ਕਿਆ ਬਿਜ ਪਰੀ, ਕਹਿੰਦੇ ਨੇ ਆਪਸ ਵਿੱਚ ਸਾਰੇ ਸਿਪਾਹੀ ਗੱਲਾਂ ਕਰਦੇ ਨੇ ਕਿ ਪਤਾ ਹੀ ਨਹੀਂ ਕਿਹੜੀ ਬਿਜਲੀ ਨੇ ਆ ਕਰਕੇ ਜਾਲੀ ਦੀਨ ਨੂੰ ਮਾਰਿਆ, ਕਿਉਂਕਿ ਭਾਈ ਬਾਜ ਸਿੰਘ ਨੇ ਇੰਨੀ ਕੇ ਫੁਰਤੀ ਦੇ ਨਾਲ ਭਾਈ ਬਾਜ ਸਿੰਘ ਨੇ ਜਾਲੀ ਦੀਨ ਦਾ ਕਤਲ ਕੀਤਾ ਜਿਵੇਂ ਬਿਜਲੀ ਕਿੰਨੀ ਫੁਰਤੀ ਦੇ ਨਾਲ ਖਾਲਸਾ ਜੀ ਆ ਕਰਕੇ ਲਿਸ਼ਕਾਰਾ ਮਾਰਦੀ ਹੈ। ਤੇ ਕਹਿੰਦੇ ਜਿਸ ਵਕਤ ਭਾਈ ਬਾਜ ਸਿੰਘ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ, ਭਾਈ ਬਾਜ ਸਿੰਘ ਵੀ ਤਿੱਖੀ ਧੁੱਪ ਦੇ ਵਿੱਚ ਉਹਨਾਂ ਦੀ ਸ਼੍ਰੀ ਸਾਹਿਬ ਇਸ ਤਰ੍ਹਾਂ ਚਮਕ ਰਹੀ ਸੀ ਜਿਵੇਂ ਅਸਮਾਨ ਦੇ ਵਿੱਚ ਬਿਜਲੀ ਚਮਕ ਰਹੀ ਹੁੰਦੀ ਹੈ। ਤੇ ਸਾਰੇ ਸਿਪਾਹੀ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਪਤਾ ਨਹੀਂ ਉਹ ਕਿਹੜੀ ਬਿਜਲੀ ਸੀ ਜਿਹੜੀ ਉਸ ਪਠਾਨ ਜਾਲੀ ਦੀ ਖਾਂ ਦੇ ਉੱਤੇ ਆ ਕੇ ਗਿਰ ਗਈ। ਆਨ ਮਾਰੇ ਸਭ ਵਿੱਚ ਇੱਕ ਘੜੀ, ਕਿ ਇੱਕ ਘੜੀ ਦੇ ਵਿੱਚ ਆ ਕਰਕੇ ਉਸ ਬਿਜਲੀ ਨੇ ਜਾਲੀ ਦੀਨ ਨੂੰ ਮਾਰ ਮੁਕਾਇਆ। ਸਿੰਘ ਪੰਜ ਸੈ ਥਾਂ ਉਸ ਸਾਥ, ਕਿ ਉਹਦੇ ਕੋਲ ਕੇਵਲ 500 ਸਿੰਘ ਸਨ ਤੇ ਜਾਲੀ ਦੀਨ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਸੀ, ਪਰ ਫਿਰ ਵੀ ਬਚ ਨਹੀਂ ਸਕਿਆ। ਕਹਾਂ ਲੱਗੇ ਤੇ ਮਾਰੇ ਹੱਥ। ਸੋ ਖਾਲਸਾ ਜੀ ਕਹਿੰਦੇ ਕਿ ਜਿੱਥੋਂ ਤੱਕ ਵੀ ਪਤਾ ਚੱਲਿਆ ਨਾ ਕਿ ਜਾਲੀ ਦੀਨ ਮਾਰਿਆ ਗਿਆ, ਸਾਰਿਆਂ ਦੇ ਅੰਦਰ ਖੌਫ ਪੈਦਾ ਹੋ ਗਿਆ। ਮੁਲਕ ਚਪੇਰਿਓਂ ਲੁੱਟਣ ਪੜਾ, ਕਿ ਪਹਿਲਾਂ ਤੇ ਤੁਰਕਾਂ ਨੇ ਇਹਨਾਂ ਫੌਜਾਂ ਨੇ ਮੁਲਕਾਂ ਨੂੰ ਲੁੱਟਣ ਵਾਸਤੇ ਚੜ੍ਹਾਈ ਕੀਤੀ ਸੀ, ਪਰ ਜਦੋਂ ਜਾਲੀ ਦੀਨ ਮਰ ਗਿਆ ਫਿਰ ਹੁਣ ਭੱਜਣ ਦੇ ਰਾਹ ਲੱਭਦੇ ਨੇ। ਤੁਰਕਨ ਲੁੱਟ ਕਰ ਸੋ ਰਾਜ ਖੜਾ, ਸੋ ਖਾਲਸਾ ਜੀ ਜਿਹੜੇ ਤੁਰਕ ਮੁਗਲ ਹਕੂਮਤ ਦੀ ਫੌਜ ਸੰਸਾਰ ਨੂੰ ਲੁੱਟ ਕੇ ਭਾਰਤ ਨੂੰ ਲੁੱਟ ਕਰਕੇ ਰੱਜਣਾ ਚਾਹੁੰਦੀ ਸੀ,
ਉਹਨਾਂ ਨੂੰ ਸਿੰਘਾਂ ਨੇ ਐਸਾ ਮਾਰ ਮੁਕਾਇਆ ਕਿ ਆਮ ਪ੍ਰਜਾ ਦੇ ਉੱਤੇ ਵਾਧੀ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਿੰਘ ਮੌਤ ਦੀ ਤਰ੍ਹਾਂ ਨਜ਼ਰ ਆਉਂਦੇ ਸੀ। ਤੁਰਕਨ ਸੰਗ ਤੇ ਕਈ ਲੁਟੇਰੇ, ਪਰ ਕਹਿੰਦੇ ਜਿਹੜੀ ਤੁਰਕਾਂ ਦੀ ਫੌਜ ਸੀ ਨਾ, ਇਹਨਾਂ ਦੇ ਵਿੱਚ ਲੁਟੇਰੇ ਵੀ ਬਹੁਤ ਸ਼ਾਮਲ ਹੋ ਜਾਂਦੇ ਸਨ। ਇਹਨਾਂ ਵਿੱਚ ਲੁਟੇਰੇ ਆ ਜਾਂਦੇ ਸਨ ਕਿ ਫੌਜ ਦੇ ਵਿੱਚ ਸਰਕਾਰ ਦੀ ਛਤਰ ਛਾਇਆ ਵਿੱਚ ਜਾ ਕੇ ਆਮ ਜਨਤਾ ਨੂੰ ਲੁੱਟ ਲਈਏ। ਆਏ ਜੋ ਲੁੱਟਣ ਘਰੋਂ ਕਨੇਰੇ, ਕਹਿੰਦੇ ਨੇ ਜਿਹੜੇ ਘਰਾਂ ਤੋਂ ਚੱਲ ਕੇ ਆਏ ਸੀ ਕਿ ਆਮ ਲੋਕਾਂ ਨੂੰ ਜਾ ਕੇ ਲੁੱਟਿਆ ਕਰਾਂਗੇ। ਸ਼ਮਸ਼ ਖਾਨ ਸੋ ਮਗਰੇ ਜਾਤ, ਉਹ ਸ਼ਮਸ਼ ਖਾਂ ਦੇ ਮਗਰੇ ਹੀ ਚਲੇ ਜਾਇਆ ਕਰਦੇ ਸਨ। ਆਨ ਪਰੀ ਤਿਸ ਕਨ ਯੈ ਬਾਤ, ਪਰ ਕਹਿੰਦੇ ਨੇ ਜਦੋਂ ਸ਼ਮਸ਼ ਖਾਂ ਨੂੰ ਵੀ ਪਤਾ ਲੱਗਾ, ਉਹਦੇ ਕੰਨਾਂ ਤੱਕ ਵੀ ਇਹ ਖਬਰ ਪਹੁੰਚ ਗਈ ਕਹਿਓ ਸੇ ਜੋ ਬਕੂਫ ਕੁਛ ਨਾ ਹੈ, ਤੇ ਉਹਨੂੰ ਇਹ ਕਹਿ ਦਿੱਤਾ ਜਾ ਕਰਕੇ ਕਿ ਜਾਲੀ ਦੀਨ ਮਾਰਿਆ ਗਿਆ, ਹੁਣ ਇੱਥੇ ਰਹਿਣਾ ਬਿਲਕੁਲ ਵੀ ਸੁਰੱਖਿਅਤ ਨਹੀਂ। ਪਾਸੋਂ ਸਭ ਫੌਜ ਦਈ ਚੜਾਏ, ਤੇ ਖਾਲਸਾ ਜੀ ਉਹਨੇ ਆਪਣੇ ਨਾਲ ਸਾਰੀ ਫੌਜ ਖੜੀ ਕਰ ਲਈ ਕਿ ਸ਼ਾਇਦ ਫੌਜਾਂ ਬਚਾ ਲੈਣਗੀਆਂ। ਦੋਰਾ ਦੇਖੋ ਹਮ ਉਸ ਮਾਰ ਹੈ ਜੋ ਹਮ ਤੇ ਨਟ ਗਿਓ ਹਾਰ। ਸੋ ਖਾਲਸਾ ਜੀ ਕਹਿਣ ਲੱਗਾ ਸ਼ਮਸ਼ ਖਾਂ ਬੜੇ ਹੰਕਾਰ ਦੇ ਵਿੱਚ ਕਿ ਚਿੰਤਾ ਨਾ ਕਰੋ, ਜਿਹੜਾ ਭਾਈ ਬਾਜ ਸਿੰਘ ਮੇਰੀ ਨਿਗਰਾਨੀ ਦੇ ਵਿੱਚੋਂ ਜਾ ਕੇ ਜਾਲੀ ਦੀਨ ਨੂੰ ਮਾਰ ਕੇ ਆਇਆ ਹੈ, ਹੁਣ ਮੈਂ ਉਸ ਭਾਈ ਬਾਜ ਸਿੰਘ ਨੂੰ ਮਾਰ ਕੇ ਵਿਖਾਵਾਂਗਾ। ਕਹਿੰਦਾ ਇਸ ਤਰ੍ਹਾਂ ਹੰਕਾਰ ਦੇ ਵਿੱਚ ਉਸਨੇ ਬਚਨ ਕਰ ਦਿੱਤਾ। ਤਬ ਲੋਗਨ ਉਸ ਕੋ ਕਹਾ ਲਿਖ ਚਾਰੇ ਕਾਰ ਖਬਰਦਾਰ, ਤੇ ਉਹਨੂੰ ਫਿਰ ਲੋਕ ਹੱਸ ਕੇ ਕਹਿਣ ਲੱਗੇ ਵੀ ਤੂੰ ਖਬਰਦਾਰ ਹੋ, ਤੂੰ ਭਾਈ ਬਾਜ ਸਿੰਘ ਨੂੰ ਮਾਰਨ ਦੀਆਂ ਗੱਲਾਂ ਕਰਦਾ ਹੈ, ਤੂੰ ਆਪ ਦੇ ਚਾਚੇ ਨੂੰ ਲੈ ਕਰਕੇ ਆਪਣੇ ਘਰ ਪਰਤ ਜਾ। ਉਹ ਗੁਰੂ ਕੇ ਸਿੰਘ ਨੇ, ਉਹ ਤੁਹਾਡੇ ਵੱਡੇ ਵਡੇਰਿਆਂ ਤੋਂ ਨਹੀਂ ਮਾਰੇ ਗਏ, ਤੁਸੀਂ ਕਿੱਥੋਂ ਮਾਰ ਲੈਣੇ ਨੇ। ਜਿਹੜਾ ਵਜੀਦ ਖਾਂ ਸੀ ਉਹ ਸ਼ਮਸ਼ ਖਾਂ ਦਾ ਚਾਚਾ ਲੱਗਦਾ ਸੀ। ਇਹ ਦੋ ਪਠਾਨ ਚਾਚੇ ਭਤੀਜੇ ਸੀ ਜਿਹੜੇ ਸਿੰਘਾਂ ਨੂੰ ਮਾਰਨ ਵਾਸਤੇ ਆਏ ਸੀ। ਤੇ ਜਦੋਂ ਸ਼ਮਸ਼ ਖਾਂ ਹੰਕਾਰ ਵਿੱਚ ਕਹਿੰਦਾ ਕਿ ਜਿਹੜਾ ਭਾਈ ਬਾਜ ਸਿੰਘ ਚਲਿਆ ਗਿਆ, ਹੁਣ ਮੈਂ ਉਹਨੂੰ ਮਾਰਾਂਗਾ, ਤੇ ਉਹਦੇ ਸਿਪਾਹੀ ਸ਼ਮਸ਼ ਖਾਂ ਨੂੰ ਸਿੱਖਿਆ ਦਿੰਦੇ ਨੇ ਕਿ ਤੂੰ ਇੱਕ ਕੰਮ ਕਰ, ਆਪਣੇ ਚਾਚੇ ਨਾਲ ਘਰ ਨੂੰ ਚਲਿਆ ਜਾ, ਨਹੀਂ ਤੇ ਸਿੰਘਾਂ ਨੇ ਤੈਨੂੰ ਵੀ ਆ ਕਰਕੇ ਮਾਰ ਦੇਣਾ ਹੈ। ਚੋਪਈ ਮਤ ਮੈਂ ਉਸਕੋ ਲੇਵੇ ਮਾਰ, ਸੋ ਕਹਿੰਦੇ ਤੂੰ ਖਬਰਦਾਰ ਹੋ, ਕਿਤੇ ਸਿੰਘ ਆ ਕਰਕੇ ਤੈਨੂੰ ਤੇ ਤੇਰੇ ਚਾਚੇ ਨੂੰ ਵੀ ਮਾਰ ਨਾ ਮਕਾਉਣ। ਚਲੋ ਰਲੋ ਤੁਮ ਉਸਕੇ ਨਾਰ, ਇਸ ਕਰਕੇ ਜਾ ਤੂੰ ਆਪਣੇ ਚਾਚੇ ਦੇ ਨਾਲ ਜਾ ਕਰਕੇ ਰਲ ਜਾ। ਤਬ ਤਿਸ ਕੋ ਬੋ ਚਿੰਤਾ ਪਰੀ, ਜਦੋਂ ਸ਼ਮਸ਼ ਖਾਂ ਦੀਆਂ ਫੌਜਾਂ ਨੇ ਵੀ ਇਹ ਗੱਲ ਕਹਿ ਦਿੱਤੀ, ਹੁਣ ਜਿਸ ਜਰਨੈਲ ਦੀਆਂ ਫੌਜਾਂ ਵੀ ਨਾਲ ਨਾ ਖੜਨ ਤੇ ਉਹਨੂੰ ਚੇਤਾਵਨੀ ਦੇ ਦੇਣ, ਉਸ ਜਰਨੈਲ ਨੂੰ ਚਿੰਤਾ ਪੈ ਜਾਂਦੀ ਹੈ। ਕਹਿੰਦੇ ਸ਼ਮਸ਼ ਖਾਂ ਨੂੰ ਵੀ ਬਹੁਤ ਚਿੰਤਾ ਪੈ ਗਈ। ਕਲ ਹਲਕਾਰੇ ਚੌਕਸੀ ਕਰੀ, ਉਹਨੇ ਸਾਰੇ ਪਾਸੇ ਖਾਲਸਾ ਜੀ ਆਪਣੇ ਖੂਫੀਆ ਲੋਕ ਉਹ ਖਿਲਾਰ ਦਿੱਤੇ ਕਿ ਮੈਨੂੰ ਸਾਰੇ ਤਰਫੋਂ ਖਬਰ ਆਉਂਦੀ ਰਵੇ ਕਿ ਇਸ ਵਕਤ ਸਿੰਘ ਕੀ ਆਪਣੇ ਮਨ ਦੇ ਵਿੱਚ ਵਿਚਾਰਾਂ ਘੜ ਰਹੇ ਨੇ। ਹਮ ਤੁਮ ਰਲ ਕੇ ਕਰੇ ਲੜਾਈ, ਤੇ ਉਹਨੇ ਆਪਣੇ ਚਾਚੇ ਵਜੀਦ ਖਾਨ ਨੂੰ ਵੀ ਸੁਨੇਹਾ ਦੇ ਦਿੱਤਾ ਕਿ ਤੁਸੀਂ ਮੇਰੇ ਕੋਲ ਆ ਜਾਓ, ਆਪਾਂ ਦੋਵੇਂ ਇਕੱਠੇ ਹੋ ਕਰਕੇ ਸਿੰਘਾਂ ਦੇ ਨਾਲ ਲੜਾਈ ਕਰਾਂਗੇ। ਹਮ ਬਿਨ ਅੱਗੇ ਤੋਂ ਪੈਰ ਨਾ ਪਾਈ, ਤੇ ਮੈਂ ਤੇਰੇ ਤੋਂ ਬਿਨਾ, ਤੇ ਤੂੰ ਮੈਨੂੰ ਵਾਅਦਾ ਕਰ ਕਿ ਤੂੰ ਮੇਰੇ ਤੋਂ ਬਿਨਾ ਸਿੰਘਾਂ ਉੱਤੇ ਵਾਧੀ ਨਹੀਂ ਕਰੇਗਾ, ਕਿਉਂਕਿ ਜੇ ਕੱਲੇ ਕੱਲੇ ਜਾਵਾਂਗੇ ਤੇ ਸਿੰਘ ਮਾਰ ਮਕਾਉਣਗੇ। ਇਸ ਕਰਕੇ ਹੁਣ ਇਕੱਠੇ ਹੋ ਕਰਕੇ ਸਿੰਘਾਂ ਤੇ ਹਮਲਾ ਕਰੀਏ। ਐਸੋ ਖੋਬ ਬਾਜ ਸਿੰਘ ਕਾ ਪੜਾ, ਕਹਿੰਦੇ ਇਸ ਤਰ੍ਹਾਂ ਦਾ ਖੌਫ, ਇਸ ਤਰ੍ਹਾਂ ਦਾ ਡਰ ਭਾਈ ਬਾਜ ਸਿੰਘ ਦਾ ਪੈ ਗਿਆ ਕਿ ਸ਼ਮਸ਼ ਖਾਂ ਵਰਗੇ, ਵਜੀਦ ਖਾਂ ਵਰਗੇ ਯੋਧੇ ਉਹ ਵੀ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਆਪਾਂ ਇਕੱਠੇ ਹੋ ਜਾਈਏ, ਜੇ ਕੱਲੇ ਕੱਲੇ ਹੋਏ ਤੇ ਇਹਨਾਂ ਨੇ ਮਾਰ ਮਕਾਉਣਾ ਹੈ। ਸਭ ਤੁਰਕ ਕੋ ਕਾਬਾ ਚੜਾ, ਕਹਿੰਦੇ ਨੇ ਜਿੰਨੀ ਵੀ ਮੁਗਲ ਹਕੂਮਤ ਦੀ ਫੌਜ ਸੀ ਨਾ, ਸਭ ਤੁਰਕਨ ਕੋ ਕਾਂਬਾ ਚੜਾ। ਕਹਿੰਦੇ ਇਹਨਾਂ ਦੇ ਸਰੀਰ ਕੰਬਣ ਲੱਗ ਪਏ। ਕਹਿੰਦੇ ਨੇ ਜੇ ਕਿਤੋਂ ਘੋੜੇ ਦੇ ਚੱਲਣ ਦੀ ਆਵਾਜ਼ ਆ ਜਾਣੀ ਤੇ ਇੱਕੋ ਦਮ ਡਰ ਕੇ ਕੰਬ ਜਾਂਦੇ ਸੀ ਵੀ ਸ਼ਾਇਦ ਕਿਤੇ ਸਿੰਘ ਹੀ ਨਾ ਘੋੜਿਆਂ ਤੇ ਸਵਾਰ ਹੋ ਕੇ ਆ ਜਾਣ। ਸੋ ਇਸ ਤਰ੍ਹਾਂ ਦਾ ਡਰ ਪੈਦਾ ਹੋ ਗਿਆ। ਜਿਹੜੇ ਸੋਚਦੇ ਸੀ ਸਿੰਘ ਖਤਮ ਹੋ ਗਏ, ਕਹਿੰਦੇ ਇੱਕ ਭਾਈ ਬਾਜ ਸਿੰਘ ਨੇ ਆਪਣਾ ਸ਼ਸਤਰ ਵਿਦਿਆ ਦਾ ਕਰਤੱਵ ਵਿਖਾਇਆ ਤੇ ਇੱਕ ਭਾਈ ਬਾਜ ਸਿੰਘ ਦਾ ਇੰਨਾ ਡਰ ਪੈਦਾ ਹੋ ਗਿਆ। ਤਬ ਦੋਨੋਂ ਇਕੱਠਾ ਹੋਏ, ਉਸ ਤੋਂ ਬਾਅਦ ਫਿਰ ਸ਼ਮਸ਼ ਖਾਂ ਤੇ ਵਜੀਦ ਖਾਂ ਇੱਕ ਥਾਂ ਤੇ ਇਕੱਠੇ ਹੋ ਗਏ। ਚਾਚੋ ਭਤੀਜੋ ਸੋ ਤੋ ਕੁਛ ਸੋਏ,
ਹੋਏ। ਤੇ ਕਹਿੰਦੇ ਨੇ ਇੰਨਾ ਡਰ ਸੀ ਵੀ ਕੱਲੇ ਕੱਲੇ ਆਪਣੇ ਤੰਬੂਆਂ ਵਿੱਚ ਸੌਂਦੇ ਵੀ ਨਹੀਂ ਸਨ। ਸਿਪਾਹੀਆਂ ਨੂੰ ਤੰਬੂਆਂ ਦੇ ਬਾਹਰ ਪਹਿਰਾ ਲਵਾ ਕਰਕੇ ਚਾਚਾ ਭਤੀਜਾ ਇੱਕੋ ਤੰਬੂ ਵਿੱਚ ਸੌਂਦੇ ਸਨ। ਜਿਹੜੇ ਕਹਿ ਕੇ ਆਏ ਸੀ ਵੀ ਸਿੰਘਾਂ ਨੂੰ ਮਾਰਾਂਗੇ, ਕਹਿੰਦੇ ਭਾਈ ਬਾਜ ਸਿੰਘ ਕੱਲੇ ਦਾ ਇੰਨਾ ਡਰ ਹੋ ਗਿਆ ਕਿ ਵੱਡੇ ਵੱਡੇ ਜਰਨੈਲ ਆਪਣੇ ਕਮਰਿਆਂ ਵਿੱਚ ਕੱਲੇ ਵੀ ਨਹੀਂ ਸੌਂਦੇ ਕਿ ਕਿਤੇ ਭਾਈ ਬਾਜ ਸਿੰਘ ਆ ਕਰਕੇ ਇੱਥੇ ਮਾਰ ਨਾ ਦਵੇ। ਡਰਤ ਸਿੰਘਨ ਤੇ ਰਹਿ ਖੜੇ। ਕਹਿੰਦੇ ਨੇ ਸਿੰਘਾਂ ਦਾ ਇੰਨਾ ਡਰ ਹੁੰਦਾ ਸੀ ਕਿ ਜੇ ਰਾਤ ਨੂੰ ਕਿਤੇ ਘੋੜੇ ਨੇ ਹਿਣਕ ਵੀ ਦੇਣਾ ਤੇ ਕਹਿੰਦੇ ਨੇ ਡਰ ਕੇ ਪਲੰਗੇ ਤੋਂ ਖੜੇ ਹੋ ਜਾਂਦੇ ਸਨ ਵੀ ਕਿਤੇ ਸਿੰਘਾਂ ਦੇ ਘੋੜੇ ਨਾ ਆ ਗਏ ਹੋਣ। ਮਤ ਕਿਤੇ ਆਏ ਹਮੇ ਪਰਚ ਪੜੇ। ਤੇ ਕਹਿੰਦੇ ਨੇ ਸਾਰੇ ਤਰਫ ਜਾ ਕਰਕੇ ਫਿਰ ਪਹਿਰੇ ਲਾਉਂਦੇ ਵੇਖਦੇ ਕਿ ਕਿਤੇ ਸਿੰਘਾਂ ਨੇ ਸਾਡੇ ਉੱਤੇ ਚੜ੍ਹਾਈ ਤਾਂ ਨਹੀਂ ਕਰ ਦਿੱਤੀ। ਅੱਗੇ ਸੁਣੋ ਬੰਦੇ ਕੀ ਬਾਤ। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਅੱਗੇ ਬੰਦਾ ਸਿੰਘ ਬਹਾਦਰ ਦੀ ਗੱਲ ਸੁਣੋ ਦੋਏ ਫੌਜਦਾਰ ਕੀਏ ਜਿਮ ਘਾਤ। ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦੋਵੇਂ ਫੌਜਦਾਰ ਸ਼ਮਸ਼ ਖਾਂ ਤੇ ਵਜੀਦ ਖਾਂ ਇਹਨਾਂ ਦੋਵਾਂ ਨੂੰ ਮਾਰ ਮੁਕਾਇਆ। ਉਸ ਬਾਰੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ ਮੈਂ ਹੁਣ ਅੱਗੇ ਦੱਸਾਂਗਾ। ਉਹ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਸ਼ਮਸ਼ ਖਾਂ ਵਜੀਦ ਖਾਂ ਨੂੰ ਮਾਰ ਮੁਕਾਇਆ ਤੇ ਜਿਹੜੇ ਸਿੰਘਾਂ ਨੂੰ ਮਾਰਨ ਵਾਸਤੇ ਆਏ ਸਨ ਖੁਦ ਹੀ ਖਤਮ ਹੋ ਗਏ। ਉਹ ਕੱਲ ਸਰਵਣ ਕਰਾਂਗੇ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਅਰਦਾਸ ਕਰਨੀ ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਹੀ ਪਿਆਰ ਸਹਿਤ ਉਚਾਰਨ ਕਰੋ। हे ਅਚੁੱਤ हे ਪਾਰ ਬ੍ਰਹਮ ਅਬਿਨਾਸੀ ਅਗਨਾਸ हे ਪੂਰਨ हे ਸਰਬ ਮੈਂ ਦੁਖ ਭੰਜਨ ਗੁਣ ਤਾਸ हे ਸੰਗੀ हे ਨਿਰੰਕਾਰ हे निर्गुण सब टेक हे गोबिंद हे गुण निदान जाकै सदा बबेक हे अपरंपार हर हरे है पी होवन हार हे संत के सदा संग निधारा आधार हे ठाकुर हों दासरो मैं निर्गुण गुण नहीं कोई नानक दीजै नाम दान राखो हिय ਪਰੋਏ। आए प्रभ शरणागति कृपा निध दयाल एक अखर हर मन बसत नानक ਹੋਤ ਨਿਹਾਲ। कथा निता प्रत होत है सुनो सो सिंह सुजान नानक गुरु गोबिंद सिंह जी ਸਦਾ ਕਰਹਿ ਕਲਿਆਣ। नानक गुरु गोबिंद सिंह जी ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸੋਰੀ ਸਾਧ ਸੰਗਤ ਜੀ, ਆਓ ਸਰਬੱਤ ਸਾਧ ਸੰਗਤ ਨੂੰ ਬੜੇ ਹੀ ਪਿਆਰ ਦੇ ਨਾਲ ਚੱਲ ਰਹੀ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਓ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਗਿਆਨੀ ਜੁੜਾਂ ਦਾ ਪ੍ਰਬੰਧ